ਵਾਹਿਗੁਰੂ 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 ਵਾਹਿਗੁਰੂ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਧਨਾਸਰੀ ਮਹੱਲਾ ਪਹਿਲਾ। ਘਰ ਦੂਜਾ ਅਸ਼ਟਪਦੀਆ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਗੁਰ ਸਾਗਰ ਰਤਨੀ ਭਰਪੂਰੀ। ਅੰਮ੍ਰਿਤ ਸੰਤ ਚੁਗਹਿ ਨਹੀਂ ਦੂਰੇ। ਹਰ ਰਸ ਚੋਗ ਚੁਗਹਿ ਪ੍ਰਭ ਭਾਵੈ। ਸਰਵਰ ਮਹਿ ਹੰਸ ਪ੍ਰਾਨਪਤ ਪਾਵੈ। ਗੁਰ ਸਾਗਰ ਰਤਨੀ ਭਰਪੂਰੇ। ਅੰਮ੍ਰਿਤ ਸੰਤ ਚੁਗਹਿ ਨਹੀਂ ਦੂਰੇ। ਹਰ ਰਸ ਚੋਗ ਚੁਗਹਿ ਪ੍ਰਭ ਭਾਵੈ। ਸਰਵਰ ਮਹਿ ਹੰਸ ਪ੍ਰਾਨਪਤ ਪਾਵੈ। ਕਿਆ ਬਾਗੁ ਬਪੁੜਾ ਛਪੜੀ ਨਾਏ। ਕੀਚੜ ਡੂਬੈ ਮੈਲ ਨਾ ਜਾਏ। ਕਿਆ ਬਾਗੁ ਬਪੁੜਾ ਛਪੜੀ ਨਾਏ। ਕੀਚੜ ਡੂਬੈ ਮੈਲ ਨਾ ਜਾਏ। ਰਹਾਉ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ 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 ਸਤਿਗੁਰੂ ਸਾਹਿਬ ਸ੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ। ਤਿੰਨਾਂ ਦੀ ਸਾਜੀ ਨਿਵਾਜੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ। ਸਤਿਗੁਰਾਂ ਦੀ ਮਹਾਨ ਰਹਿਮਤ ਬਖਸ਼ਿਸ਼ ਕਿਰਪਾ ਦਾ ਸਦਕਾ ਆਪਾਂ ਸਾਰਿਆਂ ਨੂੰ ਸਾਹਿਬ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕਰਕੇ ਤਰਸ ਕਰਕੇ ਰਹਿਮਤ ਕਰਕੇ ਆਪਣੇ ਦਰ ਘਰ ਦੇ ਦਰਸ਼ਨ ਪਰਸ਼ਨ ਇਸ਼ਨਾਨ ਕਰਨ ਦਾ ਸੁਭਾਗ ਬਖਸ਼ਿਸ਼ ਕੀਤਾ ਹੈ। ਸਾਧ ਸੰਗਤ ਜੀ, ਜਿੱਥੇ ਗੁਰਮੁਖਾਂ ਨੇ ਗੁਰੂ ਸਾਹਿਬ ਜੀ ਦੇ ਦਰ ਘਰ ਦੇ ਪ੍ਰੇਮੀਆਂ ਨੇ, ਨੇਮੀਆਂ ਨੇ, ਸੇਵਾਦਾਰਾਂ ਨੇ, ਸੇਵਕਾਂ ਨੇ, ਗੁਰਸਿੱਖਾਂ ਨੇ ਸਾਹਿਬਾਂ ਦੇ ਪਵਿੱਤਰ ਅੰਮ੍ਰਿਤ ਸਰੋਵਰ ਦੇ ਇਸ਼ਨਾਨ ਕੀਤੇ, ਉੱਥੇ ਨਾਲ ਨਾਲ ਸਤਿਗੁਰਾਂ ਦੀ ਸਤਸੰਗਤ ਰੂਪੀ ਸਰੋਵਰ ਦੇ ਵਿੱਚ ਬੈਠ ਕਰਕੇ ਸਾਹਿਬਾਂ ਦਾ ਜਸ ਵਡਿਆਈ ਮਹਿਮਾ ਕੀਰਤਨ ਰੂਪ ਵਿੱਚ ਸਰਵਣ ਕਰਕੇ ਆਪਣੇ ਸਮੇਂ ਨੂੰ ਸਵਾਸਾਂ ਨੂੰ ਸਫਲੇ ਕੀਤਾ ਹੈ। ਮਨ ਦਾ ਇਸ਼ਨਾਨ ਕੀਤਾ ਹੈ। ਸੁਣਿਆ ਮੰਨਿਆ ਮਨ ਕੀਤਾ ਭਾਉ। ਅੰਤਰਗਤ ਤੀਰਥ ਮਾਲ ਨਾਉ। ਸਾਧ ਸੰਗਤ ਜੀ, ਸਤਿਗੁਰਾਂ ਦੀ ਰਹਿਮਤ ਹੈ ਜੋ ਆਪਾਂ ਸਾਹਿਬ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੇ ਦਰ ਦੇ ਉੱਤੇ ਬੈਠ ਕਰਕੇ ਆਪਣੇ ਸਮੇਂ ਅਤੇ ਸਵਾਸਾਂ ਨੂੰ ਸਫਲ ਕਰ ਰਹੇ ਹਾਂ। ਡਿਠੇ ਸਭੇ ਥਾਵ ਨਹੀਂ ਤੁਧ ਦੇਹਿਆ। ਬਧਹੁ ਪੁਰਖ ਵਿਧਾਤੇ ਤਾ ਤੂੰ ਸੋਹਿਆ। ਵਡਭਾਗੀ ਹਨ ਉਹ ਪਿਆਰੇ ਜਿਹੜੇ ਦੂਰ ਦਰੇਡੇ ਬੈਠੇ ਹੋਏ ਮਨ ਕਰਕੇ ਸਾਹਿਬ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨਾਲ ਪ੍ਰੀਤ ਕਰਕੇ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਕੇ ਮੀਡੀਆ ਦੇ ਰਾਹੀਂ ਸਾਹਿਬਾਂ ਦੇ ਦਰਸ਼ਨ ਦੀਦਾਰ ਕਰਦੇ ਹਨ। ਸਾਹਿਬਾਂ ਦੀ ਅੰਮ੍ਰਿਤ ਸਰੂਪ ਪਾਵਨ ਗੁਰਬਾਣੀ ਦਾ ਕੀਰਤਨ ਸਰਵਣ ਕਰਦੇ ਹਨ ਅਤੇ ਹੁਣ ਸਾਹਿਬਾਂ ਦੇ
ਅੰਮ੍ਰਿਤ ਵੇਲੇ ਬਖਸ਼ਿਸ਼ ਕੀਤੇ ਹੋਏ ਸ੍ਰੀ ਮੁਖਵਾਕ ਦੀ ਕਥਾ ਸਰਵਣ ਕਰ ਰਹੇ ਹਨ, ਵਡਭਾਗੀ ਹਨ। ਸਤਿਗੁਰੂ ਕਿਰਪਾ ਕਰਨ, ਆਪਣੇ ਦਰ ਦੇ ਉੱਤੇ ਜਿੱਥੇ ਸਾਨੂੰ ਸਰੀਰ ਕਰਕੇ ਹਾਜ਼ਰੀਆਂ ਭਰਨ ਦਾ ਸੁਭਾਗ ਬਖਸ਼ ਰਹੇ ਹਨ, ਉੱਥੇ ਮਨ ਕਰਕੇ ਵੀ ਹਾਜ਼ਰੀਆਂ ਭਰੀਏ, ਜਿਸ ਕਰਕੇ ਸਾਡਾ ਲੋਕ ਪਰਲੋਕ ਸਫਲਾ ਹੋਵੇਗਾ। ਸਾਧ ਸੰਗਤ ਜੀ, ਧੰਨ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ, ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਰੂਪ ਜਿਸ ਸਮੇਂ ਆਪਣੇ ਗੁਰਤਾ ਗੱਦੀ ਦੇ ਪਾਵਨ ਪਵਿੱਤਰ ਸਿੰਘਾਸਨ ਉੱਪਰ, ਤਖਤ ਉੱਪਰ ਆ ਕੇ ਅੰਮ੍ਰਿਤ ਵੇਲੇ ਸ੍ਰੀ ਹਰਿਮੰਦਰ ਸਾਹਿਬ ਜੀ ਵਿੱਚ, ਦਰਬਾਰ ਸਾਹਿਬ ਜੀ ਦੇ ਵਿੱਚ ਸੁਭਾਇਮਾਨ ਹੋਏ, ਉਸ ਸਮੇਂ ਜੋ ਆਪ ਜੀ ਨੇ ਸਾਰੀ ਸ੍ਰਿਸ਼ਟੀ ਨੂੰ ਗੁਪਤ ਤੇ ਪ੍ਰਗਟ ਲੋਕਾਈ ਨੂੰ ਜੋ ਸ੍ਰੀਮੁਖ ਵਾਕ ਬਖਸ਼ਿਸ਼ ਕੀਤੇ ਹਨ, ਉਸ ਦੀ ਆਪਾਂ ਸਾਹਿਬਾਂ ਦੇ ਓਟ ਆਸਰੇ ਦੇ ਨਾਲ ਕਥਾ ਸਰਵਣ ਕਰੀਏ। ਇਹ ਪਾਵਨ ਉਪਦੇਸ਼, ਇਹ ਪਾਵਨ ਬਚਨ ਜਦੋਂ ਆਪਾਂ ਇਤਿਹਾਸ ਪੜ੍ਹਦੇ ਹਾਂ ਸਾਧ ਸੰਗਤ ਜੀ, ਉਥਾਨਕਾ ਹੈ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਪਾਵਨ ਸ਼ਬਦ ਅਚਲ ਸਾਹਿਬ ਉਚਾਰਨ ਕੀਤਾ, ਜਿਹਨੂੰ ਆਪਾਂ ਅਚਲ ਬਟਾਲਾ ਵੀ ਕਹਿ ਦਿੰਦੇ ਹਾਂ। ਇੱਥੋਂ ਆਪਣੇ ਨੇੜੇ ਪੈਂਦਾ ਹੈ, ਜਿੱਥੇ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਸਿੱਧਾ ਨਾਲ ਚਰਚਾ ਹੋਈ ਸੀ। ਬਚਨ ਹੈ, ਭਾਈ ਗੁਰਦਾਸ ਜੀ ਵੀ ਕਹਿੰਦੇ ਹਨ, ਮੇਲਾ ਸੁਣ ਸਿਵਰਾਤ ਦਾ ਬਾਬਾ ਅਚਲ ਬਟਾਲੇ ਆਈ। ਕਿਉਂਕਿ ਸਿੱਧ ਜਿੱਥੇ ਸਾਧ ਸੰਗਤ ਜੀ ਬਹੁਤ ਹੀ ਯੋਗਾ ਅਭਿਆਸ ਦੁਆਰਾ ਉਹ ਬੰਦਗੀ ਕਰਦੇ ਸੀ, ਉੱਥੇ ਵਿਦਵਾਨ ਵੀ ਬਹੁਤ ਜ਼ਿਆਦਾ ਸਨ, ਪਰ ਪ੍ਰੇਮਾ ਭਗਤੀ ਨਹੀਂ ਸੀ ਹਿਰਦੇ ਦੇ ਵਿੱਚ। ਪ੍ਰੇਮਾ ਭਗਤੀ ਇਸ ਤਰ੍ਹਾਂ ਆਪਾਂ ਸਮਝ ਲਈਏ ਜਿਵੇਂ ਘਿਓ ਹੁੰਦਾ, ਘਿਓ ਤੋਂ ਬਗੈਰ ਅੰਨ ਸਾਰਾ ਹੀ ਖੁਸ਼ਕ ਰਹਿੰਦਾ ਹੈ। ਜੇ ਨਾਮ ਨਹੀਂ, ਪ੍ਰੇਮਾ ਭਗਤੀ ਨਹੀਂ, ਤਾਂ ਜਿੰਨੇ ਸਾਧਨ ਹਨ ਉਹ ਖੁਸ਼ਕੀ ਪੈਦਾ ਕਰਦੇ ਨੇ, ਹੰਕਾਰ ਪੈਦਾ ਕਰਦੇ ਨੇ, ਤਰਕ ਪੈਦਾ ਕਰਦੇ ਨੇ। ਇਸੇ ਵਾਸਤੇ ਗੁਰੂ ਘਰ ਦੇ ਵਿੱਚ ਪ੍ਰੇਮਾ ਭਗਤੀ ਪ੍ਰਦਾਨ ਹੈ। ਕਹੋ ਕਬੀਰ ਜਨ ਭਏ ਖਾਲਸੇ, ਪ੍ਰੇਮ ਭਗਤ ਜਿਹ ਜਾਨੀ। ਪ੍ਰੇਮਾ ਭਗਤੀ, ਪ੍ਰੇਮ ਦੇ ਨਾਲ। ਤੇ ਸਾਧ ਸੰਗਤ ਜੀ, ਉਹਨਾਂ ਨੇ ਬੜੇ ਤਰ੍ਹਾਂ ਤਰ੍ਹਾਂ ਦੇ ਮਹਾਰਾਜ ਜੀ ਨਾਲ ਸਵਾਲ ਜਵਾਬ ਕੀਤੇ। ਭਾਈ ਗੁਰਦਾਸ ਜੀ ਨੇ ਪੌੜੀਆਂ ਵਿੱਚ ਜ਼ਿਕਰ ਕੀਤਾ ਉਹਨਾਂ ਗੱਲਾਂ ਦਾ, ਆਪਣੀਆਂ ਰਿੱਧੀਆਂ ਸਿੱਧੀਆਂ ਵੀ ਦਿਖਾ ਕੇ ਭਰਮਾਉਣਾ ਚਾਹਿਆ ਲੋਕਾਈ ਨੂੰ। ਪਰ ਜਿਨ੍ਹਾਂ ਦੇ ਸਿਰ ਦੇ ਉੱਤੇ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਮਿਹਰ ਭਰਿਆ ਹੱਥ ਹੋਵੇ, ਉਹ ਕਿਵੇਂ ਡੋਲ ਸਕਦੇ ਨੇ। ਸਾਹਿਬਾਂ ਨਾਲ ਬਚਨ ਬਿਲਾਸ ਕਰਦੇ ਹੋਏ ਕਹਿਣ ਲੱਗੇ, ਜੀ ਅਸੀਂ ਤਾਂ ਤੀਰਥਾਂ ਦਾ ਰਟਨ ਕਰਦੇ ਹਾਂ, ਫਿਰ ਸੈਰਾਂ ਕਰਦੇ ਹੋਏ ਅਸੀਂ ਮਾਨ ਸਰੋਵਰ ਚਲੇ ਜਾਂਦੇ ਹਾਂ। ਮਾਨ ਸਰੋਵਰ ਦਾ ਇਸ਼ਨਾਨ, ਸੱਤਾਂ ਸਮੁੰਦਰਾਂ ਦਾ, ਦੁਨੀਆ ਦੇ ਸਾਰੇ ਤੀਰਥਾਂ ਦਾ ਇਸ਼ਨਾਨ ਜੋ ਕਰਨਾ ਹੈ, ਉਹਦੇ ਨਾਲੋਂ ਸਾਰਿਆਂ ਨਾਲੋਂ ਵੱਡਾ ਹੈ, ਯਾਨੀ ਕਿ ਸਾਰਿਆਂ ਦਾ ਮਹੱਤਮ ਮਿਲ ਜਾਂਦਾ। ਤੇ ਉਸ ਦੇ ਵਿੱਚ ਹੀਰੇ ਮੋਤੀ ਜਵਾਹਰਾਤ ਵੀ ਸਾਨੂੰ ਉੱਥੋਂ ਬੜੇ ਪ੍ਰਾਪਤ ਹੋ ਜਾਂਦੇ ਹੈ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ, ਸਿੱਧੋ ਜਿਹੜੇ ਪਰਮਾਤਮਾ ਦੇ ਭਗਤ ਹਨ, ਉਹ ਇਹਨਾਂ ਸਰੋਵਰਾਂ ਦੇ ਉੱਤੇ ਇਸ਼ਨਾਨ ਕਰਕੇ ਤ੍ਰਿਪਤ ਨਹੀਂ ਹੁੰਦੇ। ਉਹ ਤਾਂ ਗੁਰੂ ਚਰਨਾਂ ਨਾਲ ਜੁੜ ਕੇ, ਗੁਰੂ ਰੂਪੀ ਸਮੁੰਦਰ ਨਾਲ, ਸਾਗਰ ਨਾਲ ਜੁੜ ਕੇ ਸ਼ੁਭ ਗੁਣਾ ਰੂਪੀ ਮੋਤੀ ਪ੍ਰਾਪਤ ਕਰਦੇ ਹਨ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਜਿਵੇਂ ਉਹਨਾਂ ਤੇ ਕਿਰਪਾ ਕੀਤੀ, ਅੱਜ ਸਾਡੇ ਉੱਤੇ ਸਾਹਿਬ ਗੁਰੂ ਰਾਮਦਾਸ ਜੀ ਮਹਾਰਾਜ, ਧੰਨ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਕਿਰਪਾ ਕਰ ਰਹੇ ਨੇ। ਆਓ ਸਾਧ ਸੰਗਤ ਜੀ ਸਰਵਣ ਕਰੀਏ, ਸਾਰੇ ਪਿਆਰ ਨਾਲ ਗੱਜ ਕੇ ਬੁਲਾਓ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸ੍ਰੀ ਵਾਹਿਗੁਰੂ ਸਾਹਿਬ ਜੀ। ਧਨਾਸਰੀ ਮਹੱਲਾ ਪਹਿਲਾ, ਘਰ ਦੂਜਾ, ਅਸ਼ਟਪਦੀਆ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਸਾਧ ਸੰਗਤ ਜੀ ਪਹਿਲਾਂ ਸਿਰਲੇਖ ਬਖਸ਼ਿਸ਼ ਕਰਦੇ ਹਨ, ਨਾਲ ਮੰਗਲਾ ਚਰਨ। ਧਨਾਸਰੀ ਰਾਗਣੀ ਦੇ ਵਿੱਚ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੂਸਰੇ ਸੁਰਤਾਲ ਦੇ ਵਿੱਚ, ਦੂਸਰੇ ਘਰ ਸੁਰਤਾਲ ਵਿੱਚ ਬਖਸ਼ਿਸ਼ ਕਰਦੇ ਨੇ। ਘਰ
ਜਦੋਂ ਆਪਾਂ ਕੀਰਤਨ ਸੋਹਿਲਾ ਰਾਤ ਨੂੰ ਬਾਣੀ ਦਾ ਜਾਪ ਕਰਦੇ ਹਾਂ, ਸੋਹਿਲਾ ਜੀ ਵੀ ਕਹਿ ਦਿੰਦੇ ਆ, ਕੀਰਤਨ ਸੋਹਿਲਾ ਆਮ ਸੰਗਤਾਂ ਵਿੱਚ ਕਿਹਾ ਜਾਂਦਾ। ਤੇ ਉਹਦੇ ਵਿੱਚ ਵੀ ਮਹਾਰਾਜ ਜੀ ਨੇ ਬਖਸ਼ਿਸ਼ ਕੀਤਾ 6 ਘਰ 6 ਗੁਰ 6 ਉਪਦੇਸ਼। ਉੱਥੇ ਘਰ ਦਾ ਅਰਥ ਸ਼ਾਸਤਰ ਹੈ, ਗ੍ਰੰਥ ਹੈ। ਇੱਥੇ ਘਰ ਸੁਰ ਤਾਲ ਦੇ ਨਾਲ ਸੰਬੰਧਿਤ ਹੈ। ਇਸ ਦੇ ਬਾਰੇ ਵਿਦਵਾਨ ਗੁਰਮੁਖ ਜਾਣਦੇ ਨੇ। ਪੰਥ ਦੇ ਵਿੱਚ ਬੜੇ ਬੜੇ ਗੁਰਮੁਖ ਹਨ, ਰਤਨ ਹਨ। ਉਹਨਾਂ ਦੇ ਵਿੱਚੋਂ ਇੱਕ ਰਤਨ ਪਿਛਲੇ ਦਿਨੀ ਮਹਾਨ ਵਿਦਵਾਨ, ਗੁਰੂ ਘਰ ਦੇ ਪ੍ਰੇਮੀ ਨੇਮੀ, ਜਿਨ੍ਹਾਂ ਨੇ ਬੇਅੰਤ ਵਿਦਿਆਰਥੀਆਂ ਨੂੰ ਸਾਹਿਬਾਂ ਦੇ ਚਰਨੀ ਲਾਇਆ, ਧੰਨ ਸਾਹਿਬ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ, ਉਹਨਾਂ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਿਸ਼ ਕਰਨ। ਪ੍ਰੋਫੈਸਰ ਕਰਤਾਰ ਸਿੰਘ ਜੀ ਜਿਹੜੇ ਮਹਾਨ ਵਿਦਵਾਨ ਸਨ, ਐਸੇ ਜਾਣ ਸਕਦੇ ਕਿ ਇਹ ਜੋ ਰਾਗੀ ਸਿੰਘ ਹੁਣ ਸ਼ਬਦ ਪੜ੍ਹ ਰਿਹਾ, ਇਹ ਰਾਗਨੀ ਗਾਇਨ ਕਰ ਰਿਹਾ ਕਿ ਰਾਗ ਗਾਇਨ ਕਰ ਰਿਹਾ, ਇਹ ਸੁੱਧ ਰਾਗ ਪੜ੍ਹ ਰਿਹਾ ਕਿ ਮਿਸ਼ਰਤ ਰਾਗ ਪੜ੍ਹ ਰਿਹਾ, ਆਪਾਂ ਨਹੀਂ ਜਾਣ ਸਕਦੇ, ਆਪਾਂ ਨੂੰ ਨਹੀਂ ਪਤਾ ਲੱਗਣਾ। ਇਹ ਵਿਦਵਾਨ ਮਹਾਨ ਐਸੇ ਰਾਗੀ ਗੁਰਮੁਖ ਜਿਹੜੇ ਹੈ ਉਹ ਜਾਣ ਸਕਦੇ ਨੇ। ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ, ਐਸੇ ਮਹਾਨ ਵਿਦਵਾਨ ਰਾਗੀ ਪੰਥ ਦੇ ਵਿੱਚ ਵੱਧ ਤੋਂ ਵੱਧ ਪੈਦਾ ਕਰਨ। ਉਹਨਾਂ ਦੇ ਚਰਣੀ ਆਪਾਂ ਅਰਦਾਸ ਕਰੀਏ। ਇਹ ਬਹੁਤ ਵੱਡੇ ਘਾਟੇ ਹੁੰਦੇ ਹੈ ਸੰਸਾਰਿਕ ਪੱਖ ਦੇ ਵਿੱਚ, ਪਰ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੇ ਦਰ ਘਰ ਦੇ ਵਿੱਚ ਕੋਈ ਘਾਟਾ ਨਹੀਂ ਹੈ। ਉਹ ਹੀ ਪੂਰੇ ਕਰਨ ਵਾਲੇ ਨੇ। ਮੇਰਾ ਕਰਨ ਘਰ ਜਿਹੜਾ ਸ਼ਬਦ ਹੈ ਇੱਥੇ ਸੁਰਤਾਲ ਨਾਲ ਸੰਬੰਧਿਤ ਹੈ। ਅਸ਼ਟਪਦੀਆ ਜਿਹੜਾ ਅੱਖਰ ਹੈ ਇਹ ਪਿੰਗਲ ਨਾਲ ਸੰਬੰਧਿਤ ਹੈ। 8 ਪੌੜੀਆਂ ਵਾਲਾ ਇਹ ਪਾਵਨ ਸ਼ਬਦ, ਪਾਵਨ ਕਾਵ ਰਚਨਾ ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰ ਰਹੇ ਹਨ। ਮੰਗਲਾਚਰਨ ਕਰਦੇ ਨੇ ਬੀਜ ਮੰਤਰ। ਇੱਕ ਵਾਹਿਗੁਰੂ ਹੈ ਜਿਹਦੇ ਵਰਗਾ ਦੂਸਰਾ ਕੋਈ ਨਹੀਂ। ਵਾਹਿਗੁਰੂ ਜੀ ਦੇ ਪ੍ਰੇਮ ਵਰਗਾ ਦੂਸਰਾ ਕੋਈ ਪ੍ਰੇਮ ਨਹੀਂ ਹੈ। ਇੱਕ ਦਾ ਬੇਅੰਤ ਪ੍ਰਮਾਣ, ਬੇਅੰਤ ਵਿਸਥਾਰ ਹੈ, ਬਹੁਤ ਵੱਡਾ ਇਹਦਾ ਵਿਸਥਾਰ ਹੈ। ਸਾਧ ਸੰਗਤ ਜੀ, ਓਅੰਕਾਰ ਜੋ ਸ਼ਕਤੀ ਬ੍ਰਹਮ ਹੈ ਨਾ, ਉਹ ਇੱਕ ਹੈ, ਉਹਦਾ ਰਸ ਇੱਕ ਹੈ। ਉਹਦੇ ਰਸ ਵਰਗਾ ਹੋਰ ਕੋਈ ਰਸ ਨਹੀਂ ਹੈ, ਉਹਦੇ ਦਰਸ਼ਨਾਂ ਵਰਗਾ ਹੋਰ ਕੋਈ ਦਰਸ਼ਨ ਨਹੀਂ ਹੈ, ਉਹਦੀਆਂ ਬਖਸ਼ਾਂ ਵਰਗੀਆਂ ਹੋਰ ਕੋਈ ਬਖਸ਼ਾਂ ਨਹੀਂ ਹੈ। ਇਸ ਵਾਸਤੇ ਉਹ ਇੱਕ ਹੀ ਹੈ। ਸਤ ਜੋ ਸਦਾ ਅਟਲ ਹੈ, ਗੁਰ ਚੇਤਨ ਸਰੂਪ ਹੈ, ਪ੍ਰਸਾਦ ਆਨੰਦ ਸਰੂਪ ਹੈ। ਸਤਿਗੁਰਾਂ ਦੀ ਕਿਰਪਾ ਨਾਲ ਮਿਲਦਾ ਹੈ ਸਭ ਬ੍ਰਹਮ। ਗੁਰ ਸਾਗਰ ਰਤਨੀ ਭਰਪੂਰੇ। ਸਾਧ ਸੰਗਤ ਜੀ, ਸਤਿਗੁਰੂ ਸਾਹਿਬ ਜੀ ਨੇ ਉਹਨਾਂ ਨੇ ਨੂੰ ਸਿੱਧਾ ਨੇ ਬਚਨ ਕਿਹਾ ਸੀ ਕਿ ਅਸੀਂ ਮਾਨ ਸਰੋਵਰ ਇਸ਼ਨਾਨ ਕਰਦੇ ਹਾਂ ਸਾਗਰ ਦੇ ਵਿੱਚ। ਸਾਗਰ ਉਹ ਹੁੰਦਾ ਜਿਹਦੇ ਵਿੱਚੋਂ ਦਰਿਆ ਨਿਕਲਦੇ ਆ। ਸਮੁੰਦਰ ਉਹ ਹੁੰਦਾ ਜਿਹਦੇ ਵਿੱਚ ਜਾ ਕੇ ਸਾਧ ਸੰਗਤ ਜੀ ਦਰਿਆ ਪੈਂਦੇ ਆ। ਮਾਨ ਸਰੋਵਰ ਜਿੱਥੇ ਆਪਾਂ ਝੀਲ ਕਹਿ ਦਿੰਦੇ ਆ, ਬਹੁਤ ਕਿਲੋਮੀਟਰਾਂ ਵਿੱਚ ਹੈ, ਸਾਗਰ ਦੀ ਨਿਆਈ ਆ। ਉਹਦੇ ਵਿੱਚੋਂ ਬੜੇ ਦਰਿਆ ਨਿਕਲਦੇ ਆ, ਸਤਲੁਜ ਦਰਿਆ ਤੇ ਬ੍ਰਹਮਪੁੱਤਰ ਜੋ ਤਿੱਬਤ ਚਾਈਨਾ ਦੇ ਵਿੱਚੋਂ ਹੁੰਦਾ ਹੋਇਆ ਫਿਰ ਆਸਾਮ ਵੱਲ ਦੀ ਆ ਕਰਕੇ ਜੋ ਢਾਕਾ ਬੰਗਾਲ ਦੇ ਵਿੱਚੋਂ ਲੰਘਦਾ ਹੋਇਆ ਗੰਗਾ ਨਦੀ ਨਾਲ ਮਿਲ ਕਰਕੇ ਤੇ ਜੋ ਬੰਗਾਲ ਦੀ ਖਾੜੀ ਵਿੱਚ ਪੈ ਜਾਂਦਾ। ਬਹੁਤ ਵੱਡਾ ਦਰਿਆ। ਐਸੇ ਬੇਅੰਤ ਨਦੀਆਂ ਦਰਿਆ ਉਹਦੇ ਵਿੱਚੋਂ ਨਿਕਲਦੇ, ਇਸ ਵਾਸਤੇ ਉਹ ਸਾਗਰ ਹੈ। ਤੇ ਉੱਥੇ ਇਸ਼ਨਾਨ ਦਾ ਕਹਿੰਦੇ ਬੜਾ ਮਹੱਤਵ। ਮਹਾਰਾਜ ਕਹਿੰਦੇ ਨਹੀਂ, ਗੁਰੂ ਨਾਲੋਂ ਵੱਡਾ ਕੋਈ ਤੀਰਥ ਨਹੀਂ, ਗੁਰੂ ਸਾਹਿਬ ਜੀ ਨਾਲੋਂ ਵੱਡਾ ਕੋਈ ਹੋਰ ਮਹਾਤਮ ਨਹੀਂ ਹੈ। ਸਾਡੇ ਸਤਿਗੁਰੂ ਅਕਾਲ ਪੁਰਖ ਵਾਹਿਗੁਰੂ ਜਿਹੜੇ ਨੇ ਉਹੀ ਸਾਗਰ ਦੀ ਨਿਆਈ ਹੈ। ਮਹਾਰਾਜ ਇਸ ਸਾਗਰ ਦੇ ਵਿੱਚੋਂ ਤਾਂ ਕਹਿੰਦੇ ਖੀਰ ਸਮੁੰਦਰ ਵਿੱਚੋਂ 14 ਰਤਨ ਵੀ ਨਿਕਲੇ ਸੀ। ਮਹਾਰਾਜ ਕਹਿੰਦੇ ਹਾਂ, ਜਿਸ ਤਰ੍ਹਾਂ ਤੁਹਾਡੇ ਪੁਰਾਣਾਂ ਦੇ ਵਿੱਚ ਜ਼ਿਕਰ ਹੈ, ਇੱਧਰ ਗੁਰੂ ਸਾਹਿਬ ਜੀ ਦੇ ਵਿੱਚੋਂ ਵੀ ਬੇਅੰਤ ਗੁਣਾ ਰੂਪੀ ਰਤਨ ਨਿਕਲਦੇ। ਸਾਧ ਸੰਗਤ ਜੀ, ਪੁਰਾਤਨ ਜੋ ਸਾਖੀ ਹੈ ਕਿ ਜਦੋਂ ਸਮੁੰਦਰ ਨੂੰ ਰਿੜਕਿਆ ਤਾਂ ਉਹਦੇ ਵਿੱਚੋਂ 14 ਰਤਨ ਨਿਕਲੇ। ਸ੍ਰੀਮਨ ਰੰਭਾ ਬਾਰਣੀ ਤਨਖ ਤਨੰਤਰ ਬਾਜ ਬਿਖ ਤੇਨ ਸਸ ਕਲਪਤਰ ਸੰਖ ਅਮੀ ਗਜਰਾਜ। ਇਹ 14 ਰਤਨ ਉਹਨਾਂ ਮੰਨੇ ਹਨ ਕਿ ਨਿਕਲੇ ਹੈ। ਕਹਿੰਦੇ ਫਿਰ ਦੱਸੋ ਤੁਸੀਂ ਗੁਰੂ ਸਰੂਪੀ ਸਾਗਰ ਵਿੱਚੋਂ ਕਿਹੜੇ ਰਤਨ ਨਿਕਲਦੇ ਆ? ਮਾਰੇ ਕਹਿੰਦੇ ਜਿਹੜੇ ਤੁਹਾਡੇ 14 ਰਤਨ ਨਿਕਲੇ ਆ ਨਾ,
ਇਹ ਤਾਂ ਲੜਾਈਆਂ ਤੇ ਕਲੇਸ਼ਾਂ ਦਾ ਕਾਰਨ ਹਨ। ਪਰ ਜਿਹੜੇ ਗੁਰੂ ਵਿੱਚੋਂ ਗੁਣਾ ਰੂਪੀ ਰਤਨ ਨਿਕਲਦੇ ਆ, ਉਹ ਤਾਂ ਬ੍ਰਹਮਾ ਆਨੰਦ ਵਾਹਿਗੁਰੂ ਦੀਆਂ ਬਖਸ਼ਾਂ ਉਹਦੇ ਨਾਲ ਜੋੜਨ ਵਾਲੇ ਨੇ। ਸ੍ਰੀ ਲక్ష్ਮੀ ਨਿਕਲੀ, ਕਹਿੰਦੇ ਮਰ ਕਹਿੰਦੇ ਇੱਥੇ ਪ੍ਰੇਮਾ ਭਗਤੀ ਰੂਪੀ ਲక్ష్ਮੀ ਪ੍ਰਾਪਤ ਹੁੰਦੀ ਹੈ। ਜਿਹੜੇ ਪ੍ਰੇਮਾ ਭਗਤੀ ਕਰਦੇ ਆ ਨਾ, ਉਹਨਾਂ ਦੇ ਪਿੱਛੇ ਤਾਂ ਮਾਇਆ ਦਾਸੀ ਹੋ ਕਰਕੇ ਫਿਰਦੀ ਹੈ। ਮਾਇਆ ਦਾਸੀ ਭਗਤਾਂ ਕੀ ਕਾਰ ਕਮਾਵੇ। ਦੁਨਿਆਵੀ ਜਿਹੜੀ ਤੁਸੀਂ ਕਹਿੰਦੇ ਹੋ ਲక్ష్ਮੀ ਨਿਕਲੀ, ਉਸ ਲక్ష్ਮੀ ਨੂੰ ਵਿਸ਼ਨੂੰ ਜੀ ਨੇ ਪ੍ਰਵਾਨ ਕਰ ਲਿਆ। ਉਸ ਲక్ష్ਮੀ ਬਦਲੇ, ਉਸ ਮਾਇਆ ਬਦਲੇ ਪਤਾ ਹੀ ਨਹੀਂ ਕਿੰਨੇ ਕੁ ਕਤਲ ਹੁੰਦੇ। ਪਰ ਪ੍ਰੇਮਾ ਭਗਤੀ ਰੂਪੀ ਲక్ష్ਮੀ ਗੁਰੂ ਦੇ ਵਿੱਚੋਂ ਜਿਹੜੀ ਪ੍ਰਾਪਤ ਹੁੰਦੀ ਹੈ ਨਾ, ਇਹ ਪਤਾ ਹੀ ਨਹੀਂ ਕਿੰਨਿਆਂ ਦਾ ਉਧਾਰ ਕਰ ਦਿੰਦੀ ਹੈ। ਆਪ ਤਰੇ ਤਾਰੇਨ ਸ੍ਰੇਸ਼ਠਾ, ਗੁਰਮੁਖ ਕੋਟ ਉਧਾਰ ਦਾ ਦੇ ਨਾਵੈ ਇੱਕ ਕਣੀ। ਪ੍ਰੇਮਾ ਭਗਤੀ ਰੂਪੀ ਲక్ష్ਮੀ ਨਿਕਲਦੀ ਹੈ। ਉਧਰ ਕੌਸਤਕ ਮਣੀ ਕਿਹਾ ਜਾਂਦਾ ਹੈ, ਇੱਧਰ ਸ਼ਰਧਾ ਰੂਪੀ ਮਣੀ ਨਿਕਲਦੀ ਹੈ। ਜਿਵੇਂ ਕੌਸਤਕ ਮਣੀ ਕੋਲੋਂ ਕਹਿੰਦੇ ਜੋ ਮੰਗੀਏ ਮਿਲਦਾ, ਇੱਧਰ ਸ਼ਰਧਾ ਵਿਸ਼ਵਾਸ ਨਾਲ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੇ ਦਰ ਤੋਂ ਜੋ ਵੀ ਮੰਗਦਾ ਉਹ ਮਿਲਦਾ ਹੈ। ਕੋਈ ਕਹਿੰਦਾ ਮਹਾਰਾਜ ਮੇਰੇ ਨਸ਼ੇ ਛੁੱਟ ਜਾਣ, ਮੇਰੇ ਕੋਲ ਨਹੀਂ ਜੇ ਛੁੱਟਦੇ। ਕੋਈ ਕਹਿੰਦਾ ਮਹਾਰਾਜ ਮੈਨੂੰ ਦੇਹ ਰੋਗਤਾ ਨਹੀਂ ਮਿਲੀ, ਮੈਂ ਦੁਨੀਆ ਦੇ ਡਾਕਟਰਾਂ ਕੋਲੋਂ ਦਵਾਈਆਂ ਖਾ ਬੈਠਾ, ਕਿਰਪਾ ਕਰੋ। ਕੋਈ ਕਹਿੰਦਾ ਮਹਾਰਾਜ ਸੱਚੇ ਪਾਤਸ਼ਾਹ ਜੀ ਗੁਜ਼ਾਰਾ ਬੜਾ ਔਖਾ ਹੈ, ਕਿਰਪਾ ਕਰੋ, ਮਾਇਆ ਦੀ ਬਰਕਤ ਪਾ ਦਿਓ। ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੇ ਦਰ ਤੋਂ ਸਭ ਕੁਝ ਹੀ ਮਿਲਦਾ। ਸ਼ਰਧਾ ਰੂਪੀ ਕੌਸਤਕ ਮਣੀ ਹੋਣੀ ਚਾਹੀਦੀ, ਸ਼ਰਧਾ ਵਿਸ਼ਵਾਸ ਹੋਣਾ ਚਾਹੀਦਾ। ਸ੍ਰੀਮਾਨ ਰੰਭਾ ਅਪਸ਼ਰਾ ਕਹਿੰਦੇ ਸਮੁੰਦਰ ਚੋਂ ਨਿਕਲੀ। ਮਾਰੇ ਕਹਿੰਦੇ ਇੱਧਰ ਗੁਰੂ ਨਾਨਕ ਦੇਵ ਜੀ ਕਹਿੰਦੇ ਸ਼ਾਂਤੀ ਰੂਪੀ ਰੰਭਾ ਹੈ। ਸ਼ਾਂਤੀ ਰੂਪੀ ਅਪਸ਼ਰਾ ਹਿਰਦੇ ਵਿੱਚ ਬੈਠੀ ਹੋਈ ਹੈ। ਸ਼ਾਂਤੀ ਐਸੀ ਹੈ ਕਿ ਦੇਗੇ ਵਿੱਚ ਉਬਲ ਗਏ ਪਰ ਸ਼ਾਂਤੀ ਭੰਗ ਨਹੀਂ ਹੋਈ। ਇਹ ਸ਼ਾਂਤੀ ਗੁਰੂ ਕੋਲੋਂ ਹੀ ਮਿਲਦੀ ਹੈ। ਬਾਰਣੀ ਕਹਿੰਦੇ ਜੀ ਉੱਥੋਂ ਤੇ ਸ਼ਰਾਬ ਵੀ ਕਹਿੰਦੇ ਨਿਕਲੀ ਹੈ। ਤੇ ਮਾਰੇ ਕਹਿੰਦੇ ਗੁਰੂ ਸਾਹਿਬ ਜੀ ਦੇ ਕੋਲੋਂ ਪ੍ਰੇਮ ਰੂਪੀ ਸ਼ਰਾਬ ਮਿਲਦੀ ਹੈ। ਗੁੜ ਕਰ ਗਿਆਨ ਧਿਆਨ ਕਰ ਧਾਵੈ, ਕਰ ਕਰਣੀ ਕਸ ਪਾਈਐ। ਪਾਠੀ ਭਾਓ ਭਵਨ ਕਾ ਪੋਚਾ, ਇਤ ਰਸ ਅਮਿਓ ਚੁਆਈਐ। ਬਾਬਾ ਮਨ ਮਤਵਾਰੋ ਨਾਮ ਰਸ ਪੀਵੈ। ਇੱਧਰੋਂ ਇਹ ਸ਼ਰਾਬ ਮਿਲਦੀ। ਦੁਨਿਆਵੀ ਸ਼ਰਾਬ ਤਾਂ ਲੋਕ ਪ੍ਰਲੋਕ ਵਿਗਾੜ ਦਿੰਦੀ ਹੈ। ਧੰਨ ਸਾਹਿਬ ਗੁਰੂ ਅਮਰਦਾਸ ਜੀ ਮਹਾਰਾਜ ਜੀ ਬਚਨ ਕਰਦੇ ਹਨ, ਮਾਨਸ ਭਰਿਆ ਆਣਿਆ ਮਾਨਸ ਭਰਿਆ ਆਏ, ਜਿਤ ਪੀਤਾ ਮਤ ਦੂਰ ਹੋਏ, ਬਰਲ ਪਵੈ ਵਿੱਚ ਆਏ। ਪਰ ਗੁਰੂ ਸਾਹਿਬ ਜੀ ਦੇ ਦਰੋਂ ਘਰੋਂ ਪ੍ਰੇਮ ਰੂਪੀ ਸ਼ਰਾਬ ਐਸੀ ਹੈ, ਮਸਤ ਹੋ ਜਾਂਦੇ ਨੇ, ਕਿਸੇ ਦੀ ਪਰਵਾਹ ਹੀ ਨਹੀਂ ਰਹਿੰਦੀ। ਐਸੇ ਮਸਤ ਹੁੰਦੇ ਨੇ ਕਿ ਆਰੇ ਨਾਲ ਵੀ ਚੀਰੇ ਜਾਣ ਤੇ ਤਾਂ ਵੀ ਸਾਧ ਸੰਗਤ ਜੀ ਇਹ ਨਸ਼ਾ ਨਹੀਂ ਲੱਥਦਾ। ਸ੍ਰੀਮਾਨ ਰੰਭਾ ਬਾਣੀ ਧਨਖ ਤਨੰਤਰ ਬਾਜ। ਤਨਖ ਕਿਹੜਾ ਹੈ? ਧਰਮ ਰੂਪੀ। ਤਨੰਤਰ ਨਾਮ, ਬਾਜ ਉਦਮ। ਤਨਖ ਤਨੰਤਰ ਬਾਜ। ਬਿਖ ਧੇਨ ਸਸ ਕਲਪ ਧਰ। ਬਿਖ ਜ਼ਹਿਰ ਕਿਹੜੀ ਹੈ? ਕਹਿੰਦੇ ਸਮੁੰਦਰ ਚੋਂ ਜ਼ਹਿਰ ਵੀ ਨਿਕਲੀ, ਜਿਹੜੀ ਸ਼ਿਵ ਜੀ ਨੇ ਗਲੇ ਵਿੱਚ ਰੱਖ ਲਈ ਤੇ ਉਹਨਾਂ ਦਾ ਗਲਾ ਨੀਲਾ ਹੋ ਗਿਆ, ਜਿਸ ਕਰਕੇ ਉਹਨਾਂ ਦਾ ਨਾਮ ਨੀਲਕੰਠ ਪੈ ਗਿਆ। ਮਰ ਕਹਿੰਦੇ ਗੁਰੂ ਸਾਹਿਬ ਜੀ ਦੇ ਵਿੱਚੋਂ ਹੀ ਇਹ ਸੋਝੀ ਮਿਲਦੀ ਹੈ, ਜਿਸ ਕਰਕੇ ਗੁਰਮੁਖ ਪਿਆਰੇ ਪਖੰਡੀਆਂ ਦਾ ਖੰਡਨ ਕਰਦੇ ਆ, ਸੰਗਤ ਦਾ ਮੰਡਨ ਕਰਦੇ ਆ। ਸੰਗਤ ਦੀ ਮਹਿਮਾ ਕਰਦਿਆਂ ਹੋਇਆਂ ਸਾਧ ਸੰਗਤ ਜੀ ਜਿਹੜੇ ਗਿਆਨੀ ਸਿੰਘਾਂ ਦੇ ਪਾਸੋਂ ਜਾਂ ਕਿਸੇ ਵੀਰ ਨੇ ਸਮਝਾਉਣਾ ਹੈ ਗੁਰੂ ਦੀ ਮਹਿਮਾ, ਤਾਂ ਉਸ ਸਮੇਂ ਦੰਭੀਆਂ ਪਖੰਡੀਆਂ ਗੁਰੂਆਂ ਦਾ ਤੇ ਪਖੰਡੀ ਜਿਹੜੇ ਸਾਧ ਹੈ ਨਾ, ਉਹਨਾਂ ਦਾ ਜਿਹੜਾ ਖੰਡਨ ਕਰ ਕਰਕੇ ਸਮਝਾਉਣਾ ਹੈ ਨਾ, ਇਹ ਜ਼ਹਿਰ ਪੀਣੀ ਪੈਂਦੀ ਮਜਬੂਰੀ ਵਸ, ਨਹੀਂ ਤੇ ਪੀਣ ਨੂੰ ਜੀ ਨਹੀਂ ਕਰਦਾ। ਇਹ ਸੋਝੀ ਗੁਰੂ ਕੋਲੋਂ ਹੀ ਮਿਲਦੀ ਹੈ। ਤੇ ਧੇਨ ਕਾਮਤੇਨ ਗਊ ਨਿਕਲੀ, ਜਿੱਤੋਂ ਇੱਛਾਵਾਂ ਪੂਰੀਆਂ ਹੁੰਦੀਆਂ ਜੀ। ਮਾਰ ਕਹਿੰਦੇ ਇੱਥੇ ਸਾਧ ਸੰਗਤ ਰੂਪੀ ਕਾਮਤੇਨ ਗਊ ਹੈ। ਜੋ ਸੰਗਤ ਵਿੱਚ ਆ ਕੇ ਮੰਗਦਾ ਹੈ ਉਹੋ ਹੀ ਉਹਨੂੰ ਮਿਲਦਾ ਹੈ। ਭਾਈ ਗੁਰਦਾਸ ਜੀ ਨੇ ਵੀ ਇਹ ਬਚਨ ਕਹੇ ਹਨ। ਕਹਿੰਦੇ ਧਰਤੀ ਵਿੱਚ ਜੋ ਬੀਜੀ ਉਹ ਮਿਲਦਾ ਹੈ, ਸੰਗਤ ਵਿੱਚ ਤਾਂ ਆ ਕੇ ਇੱਛਾ ਹੀ ਕਰੀਏ ਤੇ ਸਭ ਕੁਝ ਹੀ ਮਿਲ ਜਾਂਦਾ ਹੈ ਜਿਹੜਾ ਸੰਗਤ ਵਿੱਚ ਆਉਂਦਾ ਹੈ। ਇਸ ਵਾਸਤੇ ਕਾਮ ਧੇਨ ਗਊ ਦੀ ਨਹੀਂ ਆਈਆਂ। ਬਿਖ ਧੇਨ ਸਸ, ਸਸ ਨਾਮ ਚੰਦਰਮਾ ਦਾ। ਇੱਥੇ ਹਿਰਦੇ ਵਿੱਚ ਬੈਰਾਗ ਰੂਪੀ ਚੰਦਰਮਾ ਹੈ। ਸੰਖ ਕੀਰਤਨ ਜਿਵੇਂ ਰਾਗੀ ਸਿੰਘ ਉੱਚੀ ਆਵਾਜ਼ ਵਿੱਚ ਕਰਦੇ ਆ, ਕਹਿੰਦੇ ਨਾ ਸੰਖ ਨਿਕਲਿਆ ਉਹਦੇ ਵਿੱਚੋਂ ਇੱਕ, ਤੇ ਇੱਧਰ ਮਾਰੇ ਕਹਿੰਦੇ ਕੀਰਤਨ ਰੂਪੀ ਸੰਖ ਹੈ ਗੁਰੂ ਸਾਹਿਬ ਜੀ ਦੇ ਦਰ ਸਾਗਰ ਦੇ ਵਿੱਚ।
ਤੇ ਗਾਜਰਾਜ ਹਾਥੀ ਬ੍ਰਹਮਾਨੰਦ ਰੂਪੀ ਹਾਥੀ ਮਸਤ ਹੋ ਕੇ ਹਨ, ਜਿਹਦੇ ਤੇ ਗੁਰਮੁਖ ਸਦਾ ਲਿਵਨੀਰ ਰਹਿੰਦੇ ਆ, ਬ੍ਰਹਮਾ ਆਨੰਦ ਪ੍ਰਾਪਤ ਹੁੰਦਾ। ਐਸੇ 14 ਰਤਨ ਹਨ, ਬਲਕਿ ਬੇਅੰਤ ਰਤਨ ਹਨ, ਬੇਅੰਤ ਰਤਨ ਹਨ। ਪਤਾ ਹੀ ਨਹੀਂ ਕਿੰਨੇ ਕੁ ਰਤਨ ਗੁਰੂ ਸਾਹਿਬ ਜੀ ਦੇ ਵਿੱਚ ਸ਼ੁਭ ਗੁਣ ਜਿਹੜੇ ਹਨ ਉਹ ਭਰੇ ਹੋਏ ਹਨ। ਅੰਮ੍ਰਿਤ ਸੰਤ ਚੁਗ ਹੈ ਨਹੀਂ ਦੂਰੇ। ਇਹ ਅੰਮ੍ਰਿਤ ਜਿਹੜਾ ਹੈ ਨਾ, ਮੌਤ ਤੋਂ ਰਹਿਤ ਕਰਨ ਵਾਲਾ, ਸਤਿਗੁਰਾਂ ਦੇ ਵਿੱਚ ਜਿਹੜਾ ਜਲ ਭਰਿਆ ਹੋਇਆ ਹੈ, ਐਸਾ ਆਨੰਦ ਭਰਿਆ ਹੋਇਆ, ਕਿਉਂਕਿ ਉੱਥੇ ਮਾਨ ਸਰੋਵਰ ਵਿੱਚ ਜਲ ਹੈ ਤੇ ਗੁਰੂ ਸਾਹਿਬ ਜੀ ਵਿੱਚ ਅੰਮ੍ਰਿਤ ਰੂਪ ਜਲ ਹੈ। ਤੇ ਉਹ ਦੇਵਤੇ ਪੀਂਦੇ ਆ ਜੀ, ਜਿਹੜਾ ਉਹਦੇ ਵਿੱਚੋਂ ਅੰਮ੍ਰਿਤ ਨਿਕਲਿਆ ਸੀ ਅਮੀ। ਤੇ ਇਹ ਇੱਥੇ ਅੰਮ੍ਰਿਤ ਕਿਹੜਾ ਪੀਂਦੇ ਆ? ਜਿਹੜਾ ਸਤਿਗੁਰਾਂ ਦੀਆਂ ਬਖਸ਼ਾਂ ਲੈਂਦੇ, ਨਾਮ ਕੀਰਤਨ ਕਥਾ ਦੇ ਵਿੱਚੋਂ ਆਨੰਦ ਰਸ। ਇਹ ਸੰਤੀ ਹੀ ਚੁਗ ਸਕਦੇ ਨੇ। ਜਿਨ੍ਹਾਂ ਸਾਸ ਗਿਰਾਸ ਨਾ ਵੀਸਰੈ, ਹਰ ਨਾਮਾ ਮਨ ਮੰਤੋ, ਧਨ ਸੇ ਨਾਨਕਾ ਪੂਰਨ ਸੋਈ ਸੰਤ। ਚੁਗ ਹੈ ਔਰ ਫਿਰ ਐਸੇ ਸ਼ੁਭ ਗੁਣਾ ਰੂਪੀ ਜਿਹੜੇ ਮੋਤੀ ਆ ਉਹਨੂੰ ਵੀ ਚੁਗਦੇ ਰਹਿੰਦੇ ਆ, ਔਗਣ ਛੱਡਦੇ ਰਹਿੰਦੇ ਆ, ਨਹੀਂ ਦੂਰੇ, ਕਦੀ ਦੂਰ ਨਹੀਂ ਹੁੰਦੇ ਹਨ। ਹਰ ਰਸ ਚੋਗ ਚੁਗ ਹੈ ਪ੍ਰਭ ਭਾਵੈ। ਹਰੀ ਦੇ ਨਾਮ ਰਸ ਨੂੰ ਚੋਗਿਆਂ ਨੂੰ ਚੁਗਦੇ ਆ, ਰਸ ਨੂੰ ਉਹ ਪੀਂਦੇ ਆ, ਪ੍ਰਭ ਭਾਵੈ। ਤੇ ਪ੍ਰਮਾਤਮਾ ਵਾਹਿਗੁਰੂ ਨੂੰ ਵੀ ਉਹ ਪਾਉਂਦੇ ਆ, ਉਹ ਵਾਹਿਗੁਰੂ ਜੀ ਨੂੰ ਵੀ ਪਿਆਰੇ ਲੱਗਦੇ ਆ, ਇੰਨੇ ਪਿਆਰੇ ਲੱਗਦੇ ਆ ਕਿ ਸਾਰੀ ਧਰਤੀ ਇੱਕ ਭਗਤ ਦੇ ਬਦਲੇ ਮੁੱਧੀ ਮਾਰਨ ਨੂੰ ਤਿਆਰ ਹੋ ਜਾਂਦੇ ਆ। ਜਦੋਂ ਭਗਤ ਨਾਮਦੇਵ ਜੀ ਨੂੰ ਫੜਿਆ ਸੀ ਨਾ ਬਾਦਸ਼ਾਹ ਨੇ, ਸਾਧ ਸੰਗਤ ਜੀ, ਤੇ ਕਹਿੰਦਾ ਸੀ ਗਊ ਜੀਂਦੀ ਕਰਦੇ ਹੋ, ਤੇ ਭਗਤ ਨਾਮਦੇਵ ਜੀ ਕਹਿੰਦੇ ਜੋ ਵਾਹਿਗੁਰੂ ਕਰੇਗਾ ਉਹ ਹੋਏਗਾ। ਤੇ ਜਦੋਂ ਮਨ 'ਚ ਸੰਕਲਪ ਹੀ ਆਇਆ ਨਾ, ਜੇ ਸੇਵਾ ਲੈਣੀ ਸੀ, ਹੋਰ ਮਨ 'ਚ ਫੁਰਨਾ ਆ ਗਿਆ ਕਿ ਸਾਤ ਘੜੀ ਜਬ ਬੀਤੀ ਸੁਣੀ, ਅਜਹੋ ਨਾ ਆਇਓ ਤ੍ਰਿਪਵਨ ਧਣੀ। ਵਾਹਿਗੁਰੂ ਜੀ ਨਹੀਂ ਆਏ। ਤੇ ਉਸੇ ਵੇਲੇ ਪ੍ਰਗਟ ਹੋ ਕੇ ਕਹਿਣ ਲੱਗੇ, ਕਹੇ ਤਾਂ ਧਰਨੇ ਕੌਡੀ ਕਰੋ, ਕਹੇ ਤਾਂ ਧਰਤੀ ਮੁੱਧੀ ਮਾਰ ਦੇਵਾਂ। ਵੇਖੋ ਸਾਰੀ ਧਰਤੀ ਤੇ ਸ੍ਰਿਸ਼ਟੀ ਕਿੰਨੀ ਵੱਸਦੀ ਹੈ, ਇੰਨੇ ਭਗਤ ਪਾਉਂਦੇ ਆ ਉਹਨਾਂ ਨੂੰ, ਅਕਾਲ ਪੁਰਖ ਵਾਹਿਗੁਰੂ ਜੀ ਨੂੰ। ਸਰਵਰ ਮਹਿ ਹੰਸ ਪ੍ਰਾਨ ਪਤ ਪਾਵਾ। ਸਾਧ ਸੰਗਤ ਰੂਪੀ ਸਰੋਵਰ ਦੇ ਵਿੱਚ, ਗੁਰੂ ਰੂਪੀ ਸਰੋਵਰ ਵਿੱਚ ਰਹਿੰਦਿਆਂ ਹੋਇਆਂ, ਉਹ ਹੰਸ ਜਿਹੜੇ ਮਹਾਂਪੁਰਸ਼ ਆ ਨਾ, ਤਤ ਮਿਥਿਆ ਵਿਵੇਚਨ ਦੀ ਜਿਨ੍ਹਾਂ ਪਾਸ ਬੁੱਧੀ ਹੈ, ਪ੍ਰਾਣ ਪਤ ਵਾਹਿਗੁਰੂ ਜੀ ਨੂੰ ਉਹ ਪ੍ਰਾਪਤ ਕਰ ਲੈਂਦੇ ਆ। ਸਾਧ ਸੰਗਤ ਜੀ, ਧੰਨ ਗੁਰੂ ਅੰਗਦ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਖਡੂਰ ਸਾਹਿਬ ਜੀ ਦੇ ਵਿੱਚ ਸੁਭਾਈਮਾਨ ਹਨ। ਬਿਆਸ ਦਰਿਆ ਤੋਂ ਪਾਰ ਸੁਲਤਾਨਪੁਰ ਲੋਧੀ, ਉੱਥੇ ਨੇੜੇ ਨਗਰ ਹੈ ਡੱਲਾ, ਜਿੱਥੇ ਧੰਨ ਸਾਹਿਬ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਸਹੁਰੇ ਵੀ ਹਨ, ਮਾਤਾ ਦਾਮੋਦਰੀ ਜੀ ਦੇ ਪੇਕੇ ਨਗਰ। ਉੱਥੋਂ ਦੇ ਭਾਈ ਪਾਰੋ ਜੀ ਰਹਿਣ ਵਾਲੇ ਸਾਹਿਬ ਗੁਰੂ ਅੰਗਦ ਦੇਵ ਜੀ ਮਹਾਰਾਜ ਜੀ ਦੀ ਚਰਨ ਛਣ ਆ ਕੇ ਕਹਿੰਦੇ, ਮਹਾਰਾਜ ਸੱਚੇ ਪਾਤਸ਼ਾਹ ਮੇਰੇ ਤੇ ਮਿਹਰ ਕਰੋ। ਹੰਸ ਜੋ ਹੈ ਉਹ ਮੈਂ ਸੁਣਿਆ ਹੈ ਕਿ ਇੱਕ ਸੰਪਰਦਾ ਹੁੰਦੀ ਹੈ, ਪਰਮਹੰਸ ਉਹਨਾਂ ਨੂੰ ਕਹਿੰਦੇ, ਪਰ ਉਹਨਾਂ ਦੇ ਲੱਛਣ ਕੀ ਉਹ ਨਹੀਂ ਮੈਨੂੰ ਸਮਝ ਆਏ। ਪਰਮਹੰਸ ਕਿਹਨੂੰ ਕਹਿੰਦੇ ਆ? ਉਹ ਤਾਂ ਬਾਹਰਲੇ ਦੇਖੇ ਆ, ਸਿਰ ਤੇ ਕੇਸ ਨਹੀਂ ਰੱਖਦੇ, ਕਹਿੰਦੇ ਜਿਵੇਂ ਹੱਥ ਦੀ ਤਲੀ ਹੁੰਦੀ ਹੈ ਇਸ ਤਰ੍ਹਾਂ ਸਿਰ ਮੂੰਹ ਸਾਫ਼, ਇੱਕ ਵਾਲ ਵੀ ਨਹੀਂ ਰਹਿਣਾ ਚਾਹੀਦਾ ਤੇ ਮੁਕਤ ਹੋ ਸਕਦਾ। ਮਹਾਰਾਜ ਉਹ ਸਮਝ ਨਹੀਂ ਲੱਗੀ, ਚੰਗਾ ਨਹੀਂ ਲੱਗਾ ਮੈਨੂੰ। ਆਪ ਜੀ ਪਰਮਹੰਸ ਦੇ ਲੱਛਣ ਦੱਸੋ ਕਿਰਪਾ ਕਰਕੇ। ਮਹਾਰਾਜ ਜੀ ਨੇ ਫਿਰ ਦੱਸਿਆ, ਭਾਈ ਪਾਰੋ ਜੀ, ਹੰਸ ਜਿਹੜੇ ਹੁੰਦੇ ਉਹਨਾਂ ਦੇ ਅੱਗੇ ਦੁੱਧ ਰੱਖ ਦਈਏ ਤੇ ਉਹਨਾਂ ਦੀ ਚੁੰਝ ਦੇ ਵਿੱਚ ਨਹੀਂ ਖਟਾਸ ਹੁੰਦੀ ਹੈ ਕਿ ਵਿੱਚ ਪਾਉਂਦਿਆਂ ਹੀ ਦੁੱਧ ਅੱਡ ਹੋ ਜਾਂਦਾ, ਪਾਣੀ ਅੱਡ ਹੋ ਜਾਂਦਾ, ਦੁੱਧ ਦੇ ਫੁੱਟੇ ਪੀ ਜਾਂਦੇ ਆ, ਜਿਵੇਂ ਨੂੰ ਆਪਾਂ ਪਨੀਰ ਕਹਿ ਦਿੰਦੇ ਆ, ਉਹ ਛਕ ਲੈਂਦੇ ਆ ਤੇ ਪਾਣੀ ਪਿਆ ਰਹਿਣ ਦਿੰਦੇ ਆ, ਉਹ ਹੰਸ ਹੁੰਦੇ ਆ। ਤੇ ਜਿਹੜੇ ਪਰਮਹੰਸ ਜਿਹਨੂੰ ਕਿਹਾ ਜਾਂਦਾ ਨਾ, ਅਸਲੀ ਪਰਮਹੰਸ ਉਹ ਨੇ ਜਿਹੜੇ ਇਸ ਸਰੀਰ ਰੂਪੀ ਆ ਜਿੱਤੇ ਵਿੱਚ ਆਪਾਂ ਬੈਠੇ ਆ ਨਾ, ਆਤਮਾ ਤੇ ਸਰੀਰ ਇੱਕ ਹੀ ਸਮਝਦੇ ਸਾਰੇ, ਪਰ ਆਤਮਾ ਅੱਡ ਹੈ, ਸਰੀਰ ਅੱਡ ਹੈ। ਸਰੀਰ ਨਾਸਵੰਤ ਹੈ, ਆਤਮਾ ਸਦੀਵੀ ਹੈ, ਆਤਮਾ ਆਉਣ ਜਾਣ ਵਾਲੀ ਨਹੀਂ ਹੈ। ਇਸ ਵਾਸਤੇ ਜੀਵ ਆਤਮਾ ਬਣੇ ਪਏ ਆ, ਪਰਮਾਤਮਾ ਦਾ ਰੂਪ ਨੇ ਪਰ ਜੀਵ ਆਤਮਾ ਬਣੇ ਪਏ ਆ। ਜਿਹੜਾ ਜੀਵ ਭਾਵ ਹੈ ਨਾ, ਆਪਣੇ ਆਪ ਨੂੰ ਜੀਵ ਸਮਝਦਾ ਹੈ ਕਿ ਮੈਂ ਆਮ ਇਹ ਸਰੀਰ ਹਾਂ ਮੈਂ। ਤੇ ਮਹਾਰਾਜ ਜੀ ਕਹਿੰਦੇ ਜਿਹੜੇ ਸਿਮਰਨ ਕਰਕੇ ਵਿਚਾਰ ਕਰਦੇ ਹੋਏ ਬੁੱਧੀ ਦੇ ਵਿੱਚ ਵਿਚਾਰ ਕਰਦੇ ਰਹਿੰਦੇ ਨੇ ਤੇ ਜਿਹੜੇ ਸਰੀਰ ਨੂੰ ਤੇ ਆਤਮਾ ਨੂੰ ਅੱਡ ਕਰ ਲੈਂਦੇ ਹਨ, ਉਹ ਪਰਮਹੰਸ ਹਨ। ਤੇ ਐਸੇ ਜਿਹੜੇ ਹੰਸ ਹੈ, ਮਿਥਿਆ ਵਿਵੇਚਨ ਇਹਨੂੰ ਕਹਿੰਦੇ ਆ,
ਤਤ ਮਿਥਿਆ ਵਿਵੇਚਨ। ਤਤ ਜੋ ਆਤਮਾ ਸਰੂਪ ਹੈ, ਮਿਥਿਆ ਇਹ ਸਰੀਰ ਹੈ, ਜੰਮਣ ਮਰਨ ਵਾਲਾ ਹੈ, ਦੁੱਖ ਸੁੱਖ ਇਹ ਭੋਗਦਾ ਹੈ। ਐਸਾ ਜਿਹੜਾ ਸਰੀਰ ਹੈ ਨਾ, ਇਹ ਦੋਵੇਂ ਅੱਡ ਕਰ ਲੈਂਦੇ, ਉਹ ਹੰਸ ਹੁੰਦੇ ਆ। ਉਹ ਜਿਹੜੇ ਹੰਸ ਨੇ ਉਹ ਅਕਾਲ ਪੁਰਖ ਵਾਹਿਗੁਰੂ ਨੂੰ ਪ੍ਰਾਪਤ ਕਰ ਲੈਂਦੇ ਨੇ। ਇਹ ਉਪਦੇਸ਼ ਗ੍ਰਹਿਣ ਕਰਕੇ ਭਾਈ ਪਾਰੋ ਜੀ, ਧੰਨ ਗੁਰੂ ਅਮਰਦਾਸ ਜੀ ਮਹਾਰਾਜ ਵੇਲੇ ਵੀ ਬੇਅੰਤ ਉਹਨਾਂ ਨੇ ਸੇਵਾ ਕੀਤੀ। ਸੇਵਾ ਕਰਦੇ ਕਰਦੇ ਸਾਹਿਬ ਗੁਰੂ ਅਮਰਦਾਸ ਜੀ ਵਿੱਚ ਹੀ ਲੀਨ ਹੋ ਗਏ। ਉਹ ਭਾਈ ਪਾਰੋ ਜੀ, ਜਿਹਨੂੰ ਪਰਮਹੰਸ ਕਿਹਾ ਜਾਂਦਾ ਹੈ, ਗੁਰੂ ਨਾਨਕ ਦੇਵ ਜੀ ਦੇ ਦਰ ਘਰ ਦੇ ਵਿੱਚ। ਮਹਾਰਾਜ ਕਹਿੰਦੇ ਐਸੇ ਜਿਹੜੇ ਪਰਮਹੰਸ ਹਨ ਨਾ, ਉਹ ਸਾਧ ਸੰਗਤ ਵਿੱਚੋਂ, ਗੁਰੂ ਰੂਪੀ ਸਰੋਵਰ ਵਿੱਚੋਂ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਨੂੰ ਪਾ ਲੈਂਦੇ ਹਨ। ਕਿਆ ਬਗ ਬਪੂੜਾ ਛਪੜੀ ਨਾਏ। ਮਹਾਰਾਜ ਕਹਿੰਦੇ ਬਗਲੇ ਵਿਚਾਰੇ ਜਿਹੜੇ ਅੰਧ ਭਗਤ ਹਨ, ਝੂਠੇ ਗੁਰੂਆਂ ਦੇ ਪਿੱਛੇ ਪਿੱਛੇ ਤੁਰੇ ਫਿਰਦੇ ਜਿਹੜੇ ਅੰਨੇ ਭਗਤ, ਬਗਲਿਆਂ ਦੀ ਨਿਆਈ ਹੈ। ਜਿਹੜੇ ਡੱਡੀਆਂ ਮੱਛੀਆਂ ਜਿਵੇਂ ਬਗਲਾ ਪਸੰਦ ਕਰਦਾ ਹੈ, ਸੰਸਾਰ ਦੇ ਪਦਾਰਥ ਮਿਲ ਜਾਣ, ਸੰਸਾਰ ਦੀ ਮਾਇਆ ਮਿਲ ਜਾਏ, ਵਿਆਹ ਹੋ ਜਾਵੇ, ਧੀਆਂ ਪੁੱਤਰ ਮਿਲ ਜਾਣ, ਇਹੋ ਜਿਹੀਆਂ ਜਿਹੜੇ ਚੀਜ਼ਾਂ ਚਾਹੁੰਦੇ ਆ ਤੇ ਜਿੱਥੋਂ ਮਰਜ਼ੀ ਮਿਲ ਜਾਣ, ਇਹ ਵੀ ਪਛਾਣ ਨਹੀਂ ਕਰਦੇ ਕਿ ਕਿਤੇ ਪਰਲੋਕ ਤਾਂ ਨਹੀਂ ਵਿਗੜ ਜਾਏਗਾ ਇਹਨਾਂ ਬੰਦਿਆਂ ਦੇ ਪਿੱਛੇ ਲੱਗ ਕੇ। ਐਸੇ ਜਿਹੜੇ ਬਗਲੇ ਹੈ ਨਾ, ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਉਹ ਕੀ ਹੈ ਵਿਚਾਰੇ, ਐਵੇਂ ਛਪੜੀਆਂ ਦੇ ਵਿੱਚ ਨਹਾਉਂਦੇ ਫਿਰਦੇ ਹਨ। ਕੀਚੜ ਡੂਬੈ ਮੈਲ ਨਾ ਜਾਏ। ਉੱਥੇ ਤੇ ਚਿੱਕੜ ਵਿੱਚ ਹੀ ਡੁੱਬਦੇ ਆ ਤੇ ਮੈਲ ਵੀ ਨਹੀਂ ਜਾਂਦੀ। ਚਿੱਕੜ ਵਿੱਚ ਹੁਣ ਜਦੋਂ ਵੜ ਜਾਏਗਾ ਬਗਲਾ ਤੇ ਖੰਭਾਂ ਨੂੰ ਵੀ ਮੈਲ ਲੱਗ ਜਾਏਗੀ ਨਾ। ਸਰੀਰ ਕਰਕੇ ਵੀ ਕੁਕਰਮ ਕਰਦੇ ਆ, ਦੰਬੀਆਂ ਪਖੰਡੀਆਂ ਦੇ ਪਿੱਛੇ ਲੱਗ ਕੇ ਗੁਰੂ ਸਾਹਿਬ ਜੀ ਦੀ ਬਾਣੀ ਦੀ, ਹੋਰਨਾਂ ਦੀ ਬੇਅਦਬੀ ਕਰਦੇ ਫਿਰਦੇ। ਕਿਹੋ ਜਿਹਾ ਲੋਕ ਪਰਲੋਕ ਆਪਣਾ ਵਿਗਾੜ ਰਹੇ ਆ, ਐਸੇ ਮਨਮੁਖ ਬਣ ਗਏ ਆ। ਤੇ ਮਹਾਰਾਜ ਜੀ ਕਹਿੰਦੇ ਚਿੱਕੜ ਵਿੱਚ ਜਿਹੜੇ ਡੁੱਬ ਜਾਂਦੇ ਨਾ, ਛਪੜੀਆਂ ਦੇ ਵਿੱਚ, ਉਹ ਫਿਰ ਮੈਲ ਨਹੀਂ ਜਾਂਦੀ ਉਹਨਾਂ ਦੇ ਸਰੀਰਾਂ ਦੀ। ਲੋਕ ਪਰਲੋਕ ਵਿਗਾੜ ਬੈਂਦੇ ਆ। ਕੀ ਹੈ ਵਿਚਾਰੇ ਬਗਲੇ ਐਵੇਂ ਤੁਰੇ ਫਿਰਦੇ। ਉਹ ਮਹਾਂਪੁਰਖ ਗੁਰਮੁਖ ਕਹਿੰਦੇ ਆ, ਭਾਈ ਅਸੀਂ ਤਾਂ ਅਕਾਲ ਪੁਰਖ ਵਾਹਿਗੁਰੂ ਗੁਰੂ ਦੇ ਨਾਲ ਜੁੜਨਾ ਹੈ। ਗੁਰੂ ਸਾਹਿਬ ਜੀ ਦੇ ਵਿੱਚੋਂ ਹੀ ਸਾਰੀਆਂ ਬਖਸ਼ਾਂ ਤੇ ਰਹਿਮਤਾਂ ਪ੍ਰਾਪਤ ਕਰਨੀਆਂ ਹਨ। ਇੱਥੋਂ ਤਾਂ ਸੰਸਾਰੀ ਚਿੱਕੜ ਹੀ ਲੱਗਦਾ, ਮੈਲਾਂ ਹੀ ਲੱਗਦੀਆਂ ਹਨ। ਇਹਦੇ ਵਿੱਚ ਨਹਾਉਣ ਕਰਕੇ ਪਖੰਡੀਆਂ ਦੰਬੀਆਂ ਦੇ ਪਿੱਛੇ ਲੱਗ ਕੇ ਰਹਾਉ ਵਿਸਰਾਮ ਦੇ ਕਰਕੇ ਸਮਝਾਉਂਦੇ ਹਨ। ਰੱਖ ਰੱਖ ਚਰਨ ਧਰੇ ਵਿਚਾਰੀ। ਜਿਵੇਂ ਹੰਸ ਬੜਾ ਹੌਲੀ ਹੌਲੀ ਪੈਰ ਰੱਖ ਕੇ ਤੁਰਦਾ ਹੈ, ਇਸ ਤਰ੍ਹਾਂ ਮਨ ਬੁੱਧੀ ਰੂਪੀ ਪੈਰਾਂ ਨੂੰ ਗੁਰਮੁਖ ਰੂਪੀ ਹੰਸ ਜਿਹੜੇ ਹੈ ਵਿਚਾਰ ਵਿਚਾਰ ਕੇ ਰੱਖਦੇ ਨੇ, ਵਾਹਿਗੁਰੂ ਦੀ ਮਹਿਮਾ ਨੂੰ ਵਿਚਾਰਦੇ ਨੇ, ਵਿਕਾਰਾਂ ਵੱਲੋਂ ਬਚ ਕੇ ਰਹਿੰਦੇ ਹਨ। ਮਨ ਬੁੱਧੀ ਨੂੰ ਵਿਕਾਰਾਂ ਵਿੱਚ, ਔਗਣਾਂ ਵੱਲ, ਦੂਸਰਿਆਂ ਦੇ ਔਗਣ ਵੇਖਣ ਵੱਲ ਨਹੀਂ ਜਾਣ ਦਿੰਦੇ। ਦੁਬਿਧਾ ਛੋੜ ਭਏ ਨਿਰੰਕਾਰੀ। ਜਿਨ੍ਹਾਂ ਨੇ ਦੁਚਿੱਤੀ ਪੁਣਾ ਛੱਡ ਦਿੱਤਾ, ਉਹ ਨਿਰੰਕਾਰੀ ਵਾਹਿਗੁਰੂ ਪਰਮਾਤਮਾ ਦਾ ਆਕਾਰ ਤੋਂ ਰਹਿਤ ਹੀ ਹੋ ਗਏ ਹਨ। ਮੁਕਤ ਪਦਾਰਥ ਹਰ ਰਸ ਚਾਖੇ। ਭਾਈ ਉਹਨਾਂ ਨੇ ਮੁਕਤ ਪਦਾਰਥ, ਚਾਰ ਪਦਾਰਥ ਕਹੇ ਜਾਂਦੇ ਹੈ। ਇਹ ਜਨਮ ਪਦਾਰਥ ਹੈ, ਪ੍ਰੇਮ ਪਦਾਰਥ, ਗਿਆਨ ਪਦਾਰਥ ਤੇ ਮੁਕਤ ਪਦਾਰਥ। ਉਹਨਾਂ ਨੂੰ ਮੁਕਤੀ ਰੂਪੀ ਪਦਾਰਥ ਮਿਲ ਗਿਆ ਹੈ, ਜਿਹੜੇ ਪਰਮਾਤਮਾ ਦੇ ਨਾਮ ਰਸ ਨੂੰ ਛਕਦੇ ਹਨ। ਆਵਨ ਜਾਣ ਰਹੇ ਗੁਰ ਰਾਖੀ। ਉਹਨਾਂ ਦੀ ਗੁਰੂ ਰੱਖਿਆ ਕਰਦਾ ਹੈ, ਇਸ ਵਾਸਤੇ ਆਉਣਾ ਜਾਣ ਤੋਂ ਰਹਿਤ ਹੋ ਗਏ ਹਨ। ਸਰਵਰ ਹੰਸਾ ਛੋੜ ਨਾ ਜਾਏ। ਜਿਹੜੇ ਗੁਰਮੁਖ ਰੂਪੀ ਹੰਸ ਹਨ, ਉਹ ਸਾਧੂ ਸੰਗਤ ਰੂਪੀ ਗੁਰੂ ਰੂਪੀ ਸਰੋਵਰ ਨੂੰ ਛੱਡ ਕੇ ਨਹੀਂ ਜਾਂਦੇ। ਭਾਵੇਂ ਸ਼ਹੀਦੀਆਂ ਪਾਉਣੀਆਂ ਪੈ ਜਾਣ, ਭਾਵੇਂ ਬੱਚਿਆਂ ਦੇ ਟੋਟੇ ਕਰਵਾ ਕੇ ਝੋਲੀਆਂ 'ਚ ਪਵਾਉਣਾ ਪੈ ਜਾਵੇ, ਕਿੰਨਾ ਔਖਾ ਹੈ, ਪਰ ਉਹ ਧੀਆਂ ਭੈਣਾਂ ਜਿਹੜੀਆਂ ਜਿਨ੍ਹਾਂ ਦੀ ਹੰਸ ਬਿਰਤੀ ਹੋ ਗਈ ਹੈ, ਐਸੇ ਗੁਰਮੁਖ ਬਣ ਗਏ ਆ, ਗੁਰੂ ਰੂਪੀ ਸਰੋਵਰ ਨੂੰ ਛੱਡ ਕੇ ਨਹੀਂ ਜਾਂਦੇ। ਪ੍ਰੇਮ ਭਗਤ ਕਰ ਸਹਿਜ ਸਮਾਏ। ਤੇ ਉਹ ਪ੍ਰੇਮਾ ਭਗਤੀ ਵੀ ਕਰਦੇ ਨੇ। ਸੁਭਾਵਕ ਹੀ ਅੰਮ੍ਰਿਤ ਵੇਲੇ ਇਸ਼ਨਾਨ ਕੀਤਾ, ਨਿਤਨੇਮ ਕੀਰਤਨ ਕਥਾ ਸੁਣਦੇ ਆ, ਫਿਰ ਉਹ ਆਪਣੇ ਕੰਮਾਂ ਕਾਰਾਂ ਵਿੱਚ ਲੱਗ ਜਾਂਦੇ ਆ, ਪ੍ਰੇਮ ਵਿੱਚ ਹੀ ਮਸਤ ਰਹਿੰਦੇ ਆ। ਪ੍ਰੇਮ ਦਾ ਸਮਾੜਾ ਉਹਨਾਂ ਦੇ ਹਿਰਦੇ 'ਚ ਆ ਜਾਂਦਾ ਹੈ। ਸਰਵਰ ਮਹਿ ਹੰਸ ਹੰਸ ਮਹਿ ਸਾਗਰ। ਭਾਈ ਉਹ ਜਿਹੜੇ ਹੰਸ ਹੈ ਨਾ, ਮਹਾਂਪੁਰਖ ਬ੍ਰਹਮ ਗਿਆਨੀ, ਉਹ ਗੁਰੂ ਰੂਪੀ ਸਰੋਵਰ ਵਿੱਚ ਲੀਨ ਹੋ ਗਏ ਨੇ ਤੇ ਗੁਰੂ ਸਾਹਿਬ ਜੀ ਉਹਨਾਂ ਦੇ ਸਰੀਰ ਦੇ ਵਿੱਚ ਹੀ ਬੈਠ ਜਾਂਦੇ, ਗੁਰੂ ਦਾ ਰੂਪ ਹੀ ਹੋ ਜਾਂਦੇ ਹਨ। ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਮੈਂ ਹੋ ਕਰੋ ਨਿਵਾਸ। ਜਿਵੇਂ ਪਿਤਾ ਸਤਿਗੁਰੂ ਜੀ ਦਾ ਪ੍ਰਕਾਸ਼ ਦਿਹਾੜਾ ਵੀ ਆ ਰਿਹਾ ਨਾ 9 ਤਰੀਕ ਨੂੰ, ਜਿਸ ਸਿੱਖ ਦੇ ਹਿਰਦੇ 'ਚ ਗੁਰੂ ਬੈਠ ਜਾਂਦਾ ਹੈ, ਫਿਰ ਉਹ ਗੁਰੂ ਸਾਹਿਬ ਜੀ ਦਾ ਸਰੂਪ ਹੀ ਹੋ ਜਾਂਦੇ ਹਨ। ਕਥ ਕਥਾ ਗੁਰ ਬਚਨੀ ਆਦਰ। ਤੇ ਮਹਾਰਾਜ ਜੀ ਫਿਰ ਤਾਂ ਉਹ ਗੁਰੂ ਹੋ ਗਏ, ਉਹਨਾਂ ਨੂੰ ਗੁਰੂ ਕਹਿਣਾ ਚਾਹੀਦਾ ਹੈ, ਗੁਰੂ ਸਾਹਿਬ ਜੀ ਹੋ ਗਏ। ਮਾਰੇ ਕਹਿੰਦੇ ਨਹੀਂ, ਉਹ ਆਦਰ ਰੱਖਦੇ ਆ। ਫਿਰ ਇਹ ਕਥਾ ਬੜੀ ਅਕਥਨੀਏ ਹੈ,
ਕਹੀ ਨਹੀਂ ਜਾ ਸਕਦੀ ਸੰਪੂਰਨ ਇਹਦੀ ਮਹਿਮਾ। ਗੁਰੂ ਸਾਹਿਬ ਜੀ ਦੇ ਵਿੱਚ ਗੁਰਮੁਖ ਹੰਸ ਹਨ ਤੇ ਹੰਸਾਂ ਦੇ ਵਿੱਚ ਗੁਰੂ ਸਾਹਿਬ ਜੀ ਹੈ। ਜਿਵੇਂ ਮੱਛੀ ਪਾਣੀ ਵਿੱਚ ਹੈ, ਪਾਣੀ ਮੱਛੀ ਵਿੱਚ ਹੈ, ਇਵੇਂ ਹੰਸ ਪਾਣੀ ਦੇ ਵਿੱਚ ਤਰਦੇ ਹੈ ਤੇ ਅੰਦਰ ਵੀ ਉਹ ਜਦੋਂ ਛਕਦੇ ਅੰਦਰ ਵੀ ਚਲੇ ਜਾਂਦਾ। ਇਸੇ ਤਰ੍ਹਾਂ ਗੁਰੂ ਸਾਹਿਬ ਜੀ ਬ੍ਰਹਮ ਸਰੂਪ ਜੋਤ ਸਾਰੇ ਬਾਹਰ ਵੀ ਸਮਾਈ ਹੋਈ, ਉਹਨਾਂ ਦੇ ਹਿਰਦੇ ਵਿੱਚ ਵੀ ਪ੍ਰਗਟ ਹੋ ਗਈ ਹੈ ਸਾਧ ਸੰਗਤ ਜੀ। ਤੇ ਜਦੋਂ ਗੁਰੂ ਸਾਹਿਬ ਗੁਰੂ ਰਾਮਦਾਸ ਜੀ ਹਿਰਦੇ ਵਿੱਚ ਚੌਂਕੜਾ ਲਾ ਕੇ ਬੈਠ ਜਾਣ ਫਿਰ ਉਹ ਸਰੂਪ ਹੀ ਹੋ ਜਾਂਦੇ ਆ। ਇਹ ਕਥਾ ਬੜੀ ਅਕਥਨੀਏ ਹੈ, ਕਹੀ ਨਹੀਂ ਜਾ ਸਕਦੀ। ਗੁਰ ਬਚਨੀ ਆਦਰ, ਉਹ ਗੁਰੂ ਸਾਹਿਬ ਜੀ ਦੇ ਬਚਨਾਂ ਦੁਆਰਾ ਸਤਿਕਾਰ ਰੱਖਦੇ ਨੇ। ਨਹੀਂ ਭਾਈ, ਅਸੀਂ ਤਾਂ ਗੁਰੂ ਸਾਹਿਬ ਜੀ ਦੀ ਸੰਗਤ ਦੇ ਵੀ ਸੇਵਕ ਹਾਂ, ਅਸੀਂ ਤਾਂ ਗੁਰੂ ਦੇ ਸੇਵਕ ਕੀ ਬਣਨਾ, ਅਸੀਂ ਗੁਰੂ ਕੀ ਸੰਗਤ ਜਿਹੜੀ ਸੇਵਕ ਹੈ ਨਾ ਉਹਨਾਂ ਦੇ ਵੀ ਸੇਵਕ ਹਾਂ। ਦਾਸਨ ਦਾਸ ਆਪਣੇ ਆਪ ਨੂੰ ਅਖਵਾਉਂਦੇ ਆ, ਜਿਹੜਾ ਕੁਝ ਬਣਦਾ ਹੈ ਉਹ ਸਭ ਗਵਾ ਬੈਠਦਾ। ਸਭੂ ਤਲੈ ਤਲੈ ਸਭ ਉੱਪਰ, ਜਿਹੜੇ ਸਭ ਤੋਂ ਥੱਲੇ ਬਣਦੇ ਚਰਨਾਂ ਵਿੱਚ ਰਹਿੰਦੇ ਹਨ ਤੇ ਸਤਿਗੁਰੂ ਜੀ ਦੀ ਬਖਸ਼ਿਸ਼ ਨਾਲ ਉਹ ਆਦਰਣੀਏ ਬਣ ਜਾਂਦੇ ਆ। ਗੁਰੂ ਸਾਹਿਬ ਜੀ ਦੇ ਬਚਨਾਂ ਦਾ ਭੈ ਰੱਖਦੇ ਆ। ਖਾਲਸਾ ਜੀ, ਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੋਤ ਨਿਰੰਕਾਰੀ ਜੋ 10 ਸਰੂਪਾਂ 'ਚ ਵਰਤੀ ਹੈ, ਅੱਜ ਤੋਂ ਬਾਅਦ ਇਹਨਾਂ ਵਿੱਚ ਹੋਵੇਗੀ, ਸਰੀਰ ਸਾਡਾ ਪੰਥ ਵਿੱਚ ਹੋਵੇਗਾ। ਆਪਾਂ ਬਚਨ ਰੋਜ਼ ਪੜ੍ਹਦੇ ਹਾਂ, ਆਗਿਆ ਭਈ ਅਕਾਲ ਕੀ ਤਬੀ ਚਲਾਇਓ ਪੰਥ, ਸਭ ਸਿੱਖਣ ਕਉ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਗੁਰੂ ਗ੍ਰੰਥ ਜੀ ਮਾਨਿਓ, ਪ੍ਰਗਟ ਗੁਰਾਂ ਕੀ ਦੇਹ, ਜੋ ਪ੍ਰਭ ਕੋ ਮਿਲਿਓ ਚਾਹੈ ਖੋਜ ਸ਼ਬਦ ਮੈਲੇ। ਆਦਰ ਕਰਦੇ ਆ, ਸਤਿਕਾਰ ਰੱਖਦੇ ਆ, ਆਪ ਨਹੀਂ ਕੁਛ ਬਣਦੇ। ਸੁਣ ਮੰਡਲ ਇੱਕ ਜੋਗੀ ਬੈਸੇ, ਜੋ ਸੁਨ ਸਮਾਧੀ ਆ, ਫੁਰ ਸਮਾਧੀ ਵਿੱਚ ਜਦੋਂ ਜੋਗੀ ਜੁੜਿਆ ਹੋਇਆ ਗੁਰਮੁਖ ਹੰਸ ਬੈਠਦਾ ਹੈ। ਨਾਰ ਨ ਪੁਰਖ ਕਹੋ ਕਉ ਕੈਸੇ, ਉੱਥੇ ਸਾਧ ਸੰਗਤ ਜੀ ਕੋਈ ਨਾਰ ਮਾਇਆ ਨਹੀਂ ਹੈ, ਨਾ ਪੁਰਖ, ਉੱਥੇ ਕੋਈ ਈਸ਼ਰ ਦੇਵੀ ਦੇਵਤੇ ਇਤਿਆਦਿਕ ਇਹ ਜੋ ਈਸ਼ਰ ਪੰਜ ਸਨਾਤਨ ਮਤ ਕਹਿੰਦੀ ਹੈ, ਵਿਸ਼ਨੂੰ ਜੀ ਹਨ, ਸ਼ਿਵ ਜੀ ਹਨ, ਸੂਰਜ ਸ਼ਕਤੀ ਤੇ ਗਣੇਸ਼ ਜੀ, ਇਹਨਾਂ ਨੂੰ ਈਸ਼ਰ ਮੰਨਿਆ। ਉੱਥੇ ਕੋਈ ਵੀ ਨਹੀਂ ਰਹਿੰਦਾ। ਜਦੋਂ ਸੁਨ ਮੰਡਲ ਦੇ ਵਿੱਚ ਲੀਨ ਹੋ ਜਾਂਦੇ ਆ, ਬ੍ਰਹਮ ਗਿਆਨੀ ਬਣ ਜਾਂਦੇ ਆ, ਫਿਰ ਚਾਰ ਸਫੇਰੇ ਬ੍ਰਹਮ ਦੀ ਪਰਮਾਤਮਾ ਦੀ ਹੋਂਦ ਹੀ ਦਿਖਾਈ ਦਿੰਦੀ ਹੈ, ਜੋਤ ਹੀ ਦਿਖਾਈ ਦਿੰਦੀ ਹੈ। ਉੱਥੇ ਨਾ ਕੋਈ ਮਾਇਆ ਹੈ, ਨਾ ਕੋਈ ਅਵਿਦਿਆ ਹੈ, ਨਾ ਉੱਥੇ ਕੋਈ ਈਸ਼ਰ ਪੁਣਾ ਹੈ, ਨਾ ਕੋਈ ਉੱਥੇ ਇਸਤਰੀ ਹੈ, ਨਾ ਕੋਈ ਪੁਰਖ ਹੈ। ਦੱਸੋ ਫਿਰ ਕੀ ਅਵਸਥਾ ਹੈ? ਬ੍ਰਹਮ ਸਰੂਪ ਹੀ ਹਨ। ਤ੍ਰਿਭਵਨ ਜੋਤ ਰਹੇ ਲਿਵ ਲਾਈ, ਉਸ ਦੇ ਵਿੱਚ ਲਿਵ ਲਾ ਕੇ ਰਹਿੰਦੇ, ਜਿਨ੍ਹਾਂ ਦੀ ਤਿੰਨਾਂ ਭਾਵਨਾ ਵਿੱਚ ਹੀ ਜੋਤ ਸਮਾ ਰਹੀ ਹੈ। ਸੁਰ ਨਰਨਾਥ ਸੱਚੇ ਸਰਨਾਈ, ਜੋ ਸੁਰ ਜਿਹੜੇ ਦੇਵਤੇ ਹਨ, ਮਨੁੱਖ ਹਨ, ਨਾਥ ਜਿਹੜੇ ਨੌ ਨਾਥ ਕਹੇ ਹੈ, ਇਹ ਸਾਰੇ ਹੀ ਸੱਚੇ ਵਾਹਿਗੁਰੂ ਦੀ ਸ਼ਰਨ ਵਿੱਚ ਹਨ। ਆਨੰਦ ਮੂਲ ਅਨਾਥ ਆਧਾਰੀ, ਉਹ ਆਨੰਦ ਦਾ ਮੁੱਢ ਹੈ, ਅਨਾਥ ਸਾਰਿਆਂ ਦਾ ਆਸਰਾ ਹੈ, ਉਹਦਾ ਕੋਈ ਆਸਰਾ ਨਹੀਂ ਹੈ, ਆਧਾਰੀ ਸਾਰਿਆਂ ਦਾ ਆਸਰਾ ਰੂਪ ਹੈ। ਗੁਰਮੁਖ ਭਗਤ ਸਹਿਜ ਵਿਚਾਰੀ, ਇਸ ਤਰ੍ਹਾਂ ਮੁਖੀ ਸਤਿਗੁਰਾਂ ਦੇ ਲੜ ਲੱਗ ਕੇ ਗੁਰਮੁਖ ਜਿਹੜੇ ਹੈ ਨਾ, ਉਹ ਗਿਆਨ ਦੇ ਸਹਿਤ ਪ੍ਰੇਮਾ ਭਗਤੀ ਦੀ ਵਿਚਾਰ ਕਰਦੇ ਹਨ। ਭਗਤ ਵਸ਼ਲ ਭੈ ਕਾਟਣ ਹਾਰੀ, ਉਹ ਵਾਹਿਗੁਰੂ ਜੀ ਭਗਤ ਵਛਲ ਹੈ ਤੇ ਡਰ ਨੂੰ ਕੱਟਣ ਵਾਲਾ ਹੈ। ਹਉਮੈ ਮਾਰ ਮਿਲੇ ਪਗ ਧਾਰੇ, ਭਾਈ ਜਿਨ੍ਹਾਂ ਨੇ ਹਉ ਮੈਂ ਸਰੀਰ ਹਾਂ, ਇਸ ਹਉਮੈ ਦਾ ਤਿਆਗ ਕਰ ਦਿੱਤਾ, ਮਾਰ ਲਿਆ ਗੁਰੂ ਦੀ ਸ਼ਰਨ ਵਿੱਚ ਪੈ ਕੇ ਨਾਮ ਸਿਮਰਨ ਕਰਕੇ, ਤੇ ਉਹਨਾਂ ਨੂੰ ਮਿਲਦਾ ਹੈ ਵਾਹਿਗੁਰੂ ਜੀ ਜਿਹੜੇ ਸਾਰਿਆਂ ਦੇ ਚਰਨ ਧੂੜ ਬਣ ਜਾਂਦੇ ਹਨ। ਅਨੇਕ ਯਤਨ ਕਰ ਕਾਲ ਸੰਤਾਈ, ਦੁਨੀਆ ਦੇ ਲੋਕਾਂ ਨੂੰ ਤਾਂ ਅਨੇਕਾਂ ਹੀ ਯਤਨ ਕਰ ਲੈਣ, ਜਿਨ੍ਹਾਂ ਨੂੰ ਮਰਜ਼ੀ ਪੂਜ ਲੈਣ, ਪਰ ਫਿਰ ਵੀ ਕਾਲ ਮੌਤ ਦਾ ਭੈ ਸਤਾਉਂਦਾ ਹੀ ਰਹਿੰਦਾ ਹੈ, ਮੌਤ ਤੋਂ ਡਰਦੇ ਹੀ ਰਹਿੰਦੇ ਹਨ। ਮਰਨ ਲਿਖਾਈ ਮੰਡਲ ਮਹਿ ਆਈ, ਭਾਈ ਜਿਹੜਾ ਵੀ ਸੰਸਾਰ ਵਿੱਚ ਆਇਆ ਨਾ, ਇਸ ਮੰਡਲਾਕਾਰ ਧਰਤੀ ਤੇ ਮੱਥੇ ਤੇ ਲੇਖ ਲਿਖਿਆ ਗਿਆ ਪਹਿਲਾਂ ਮੌਤ ਦਾ, ਜਨਮ ਤੋਂ ਪਹਿਲਾਂ ਮੌਤ ਲਿਖੀ ਗਈ ਹੈ। ਜਨਮ ਪਦਾਰਥ ਦੁਬਦਾ ਖੋਵਾ, ਇਹ ਮਨਮੁਖ ਬਣ ਕਰਕੇ ਜਿਹੜਾ ਜਨਮ ਪਦਾਰਥ ਹੈ ਨਾ, ਬੜਾ ਅਮੋਲਕ ਦੁਲੱਭ ਦੇਹ ਜਿਹੜੀ ਪ੍ਰਾਪਤ ਹੋਈ ਹੈ, ਭਈ ਪ੍ਰਾਪਤ ਮਾਨੁਖ ਦੇਹੁਰੀਆ, ਗੋਬਿੰਦ ਮਿਲਨ ਕੀ ਇਹ ਤੇਰੀ ਬਰੀਆ, ਜਿਹੜੀ ਦੁਐਤ ਦੇ ਵਿੱਚ ਹੀ ਖਰਾਬ ਕਰ ਰਹੇ ਹਨ। ਆਪ ਨ ਚੀਨਸ ਭ੍ਰਮ ਰੋਵਾ, ਆਪਣਾ ਆਪ ਪਹਿਚਾਣਦੇ ਨਹੀਂ ਕਿ ਅਸੀਂ ਕੌਣ ਆ, ਕਿੱਥੋਂ ਆਏ ਆ, ਕਿਉਂ ਆਏ ਆ, ਇਸ ਗੱਲ ਨੂੰ ਸਮਝਦੇ ਨਹੀਂ। ਮਨ ਤੋਂ ਜੋਤ ਸਰੂਪ ਹੈ, ਆਪਣਾ ਮੂਲ ਪਛਾਣ
ਤੇ ਭਰਮ ਕਰਕੇ ਪਦਾਰਥਾਂ ਦੇ ਵਾਸਤੇ, ਦੁਨੀਆ ਦੇ ਪਿੱਛੇ, ਪਖੰਡੀਆਂ ਦੇ ਪਿੱਛੇ ਤੇ ਸਭ ਕੁਝ ਹੀ ਗਵਾ ਜਾਂਦੇ ਤੇ ਫਿਰ ਰੋਂਦੇ ਹਨ ਜਦੋਂ ਕੁੱਟ ਪੈਂਦੀ ਹੈ। ਕਹਿਤੋ ਪੜਤੋ ਸੁਣਤੋ ਏਕ। ਮਹਾਰਾਜ ਫਿਰ ਜਾਣਨ ਦਾ ਢੰਗ ਤਾਂ ਦੱਸੋ ਨਾ ਕਿਰਪਾ ਕਰਕੇ। ਉਹ ਜਿਹੜੇ ਸੰਤ ਹੰਸ ਨੇ ਉਹ ਕਿੱਦਾਂ ਬਣਦੇ ਆ? ਮਹਾਰਾਜ ਕਹਿੰਦੇ ਕਹਿਤੋ, ਉਹ ਕਹਿੰਦੇ ਵੀ ਇੱਕ ਵਾਹਿਗੁਰੂ ਦੀ ਵਡਿਆਈ। ਏਕ ਲਿਖਿਆ ਨਾ ਬਚਨ ਬਾਅਦ ਵਿੱਚ, ਏਕ ਦੀ ਮਹਿਮਾ ਕਹਿੰਦੇ ਆ। ਤੇ ਪੜਤੋ, ਪੜ੍ਹਦੇ ਵੀ ਇੱਕ ਹੀ ਵਾਹਿਗੁਰੂ ਨੂੰ। ਤੇ ਜੇ ਕੋਈ ਆਉਂਦਾ ਹੈ ਤੇ ਗੱਲਬਾਤ ਹੋਰ ਸੁਣਾਉਣ ਲੱਗਦਾ, ਕਹਿੰਦੇ ਨਹੀਂ ਵਾਹਿਗੁਰੂ ਜੀ ਦੀ ਗੱਲ ਸੁਣਾ। ਉਹ ਕਹਿੰਦੇ ਵੀ ਇੱਕ ਹੈ, ਪੜ੍ਹਦੇ ਵੀ ਇੱਕ ਵਾਹਿਗੁਰੂ ਪਰਮਾਤਮਾ ਦੀ ਮਹਿਮਾ, ਤੇ ਸੁਣਦੇ ਵੀ ਇੱਕ ਦੀ ਹਨ। ਧੀਰਜ ਧਰਮ ਧਰਨੀ ਧਰ ਟੇਕ। ਇਸ ਵਾਸਤੇ ਧਰਤੀ ਨੂੰ ਆਸਰਾ ਦੇਣ ਵਾਲਾ ਜੋ ਵਾਹਿਗੁਰੂ ਹੈ, ਉਹ ਉਹਦਾ ਟੇਕ ਓਟ ਆਸਰਾ ਹੈ। ਉਹ ਧੀਰਜ ਧਾਰੀ ਤੇ ਧਰਮ ਦੇ ਸਮੇਤ ਹਨ। ਖਿਮਾ ਇਤਿਆਦਿ, ਖਿਮਾ, ਅਹਿੰਸਾ, ਦਇਆ, ਮਿਰਦ, ਸਤ ਬਚਨ, ਤਪ, ਦਾਨ, ਸੀਲ, ਸੌਚ, ਤ੍ਰਿਸ਼ਨਾ ਬਿਨਾ, ਧਰਮ ਲਿੰਗ 10 ਜਾਣੇ, ਧਰਮ ਪ੍ਰਾਪਤ ਹੋ ਗਿਆ ਹੈ। ਜਤ ਸਤ ਸੰਜਮ ਹਿਰਦੈ ਸਮਾਏ। ਉਹਨਾਂ ਦੇ ਹਿਰਦੇ ਵਿੱਚ ਜਤ ਦਾ ਸਮਾਹੜਾ, ਸਤ ਦਾ ਸਮਾਹੜਾ, ਸੰਜਮ, ਪਰਹੇਜ਼ਗਾਰ ਹਨ। ਇਹ ਨਹੀਂ ਜਿੱਥੋਂ ਮਰਜ਼ੀ ਖਾਂਦੇ ਫਿਰਦੇ ਆ। ਜਤੀ ਐਡੇ ਵੱਡੇ ਹਨ ਕਿ ਬੀਬੀਆਂ ਵੀ ਹੱਥ ਜੋੜ ਜੋੜ ਕਹਿੰਦੀਆਂ ਸੀ ਤੁਸੀਂ ਸਾਨੂੰ ਰੱਖ ਲਓ। ਪਰ ਬਾਬਾ ਦੀਪ ਸਿੰਘ ਜੀ ਤੇ ਉਹਨਾਂ ਦੇ ਜਿੰਨੇ ਸੰਗੀ ਗੁਰਮੁਖ ਸਨ, ਉਹ ਕਹਿੰਦੇ ਨਹੀਂ ਭਾਈ, ਤੁਹਾਨੂੰ ਤੁਹਾਡੇ ਮਾਤਾ ਪਿਤਾ ਦੇ ਪਾਸ ਪਹੁੰਚਾਉਣਾ ਹੈ। 30 ਹਜ਼ਾਰ, 20 ਹਜ਼ਾਰ ਇਸ ਤਰੀਕੇ ਨਾਲ ਉਦੋਂ ਦੁਸ਼ਟਾਂ ਦੇ ਪਾਸੋਂ ਛਡਾ ਕੇ ਤੇ ਪਹੁੰਚਾਉਂਦੇ ਰਹੇ। ਐਸੇ ਜਤੀ ਹਨ, ਸਤੀ ਹਨ, ਸਤ ਪ੍ਰਤੱਕੀ ਬੀਬੀਆਂ। ਸਾਰੇ ਲਾਲਚ ਦਿੱਤੇ ਪਰ ਧਰਮ ਨਹੀਂ ਤਿਆਗਿਆ, ਬੱਚੇ ਸ਼ਹੀਦ ਕਰਾ ਲਏ। ਐਸੀ ਸਤ ਪ੍ਰਤੱਗੀ ਬਣ ਜਾਂਦੀਆਂ ਨੇ। ਤੇ ਸੰਯਮ, ਪਰਹੇਜ਼ਗਾਰ ਹਨ। ਉਹਨਾਂ ਦੇ ਹਿਰਦੇ ਵਿੱਚ ਐਸੇ ਸ਼ੁਭ ਗੁਣਾਂ ਦਾ ਸਮਾੜਾ ਆਨੰਦ ਹੈ। ਚੌਥੇ ਪਦ ਕਉ ਜੇ ਮਨ ਪਤਿਆਏ। ਭਾਈ ਚੌਥੀ ਪਦਵੀ ਵਿੱਚ, ਤੁਰਿਆ ਅਵਸਥਾ ਵਿੱਚ ਉਹਨਾਂ ਦਾ ਜਿਹੜਾ ਮਨ ਹੈ ਉਹ ਪਤੀਜ ਜਾਂਦਾ ਹੈ, ਭਰੋਸਾ ਆ ਜਾਂਦਾ ਹੈ। ਸਾਚੇ ਨਿਰਮਲ ਮੈਲ ਨਾ ਲਾਗੈ। ਮਹਾਰਾਜ ਕਹਿੰਦੇ ਉਹ ਸੱਚ ਸਰੂਪ ਨਾਮ ਹੈ, ਉਹਨੂੰ ਮੈਲ ਨਹੀਂ ਲੱਗਦੀ। ਕਿਉਂਕਿ ਸਾਧ ਸੰਗਤ ਜੀ, ਨਾਮ ਜਪਣ ਵਾਸਤੇ ਤਾਂ ਗੁਰੂ ਸਾਹਿਬ ਜੀ ਨੇ ਸਭ ਕੁਝ ਦਿੱਤਾ। ਹੁਣ ਲੰਗਰ ਹੀ ਲਾਉਣਾ ਹੋਵੇ ਤਾਂ ਬਰਤਨ ਵੀ ਚਾਹੀਦੇ ਆ, ਪਦਾਰਥ ਵੀ ਚਾਹੀਦੇ ਆ, ਬਣਾਉਣ ਵਾਲੇ ਵੀ ਚਾਹੀਦੇ ਆ, ਖਾਣ ਵਾਲੇ ਵੀ ਚਾਹੀਦੇ ਆ, ਵਰਤਾਉਣ ਵਾਲੇ ਵੀ ਚਾਹੀਦੇ ਆ, ਸਭ ਕੁਝ ਹੀ ਚਾਹੀਦਾ। ਪਰ ਨਾਮ ਜਪਣ ਵਾਸਤੇ ਤਾਂ ਵਾਹਿਗੁਰੂ ਨੇ ਸਭ ਕੁਝ ਹੀ ਦਿੱਤਾ। ਤੇ ਕੋਈ ਫੁਰਨਾ ਹੀ ਨਹੀਂ, ਕੋਈ ਸੰਕਲਪ ਹੀ ਨਹੀਂ ਆਉਣਾ ਹਿਰਦੇ ਵਿੱਚ, ਕੋਈ ਇੱਛਾ ਹੀ ਨਹੀਂ ਆਉਣੀ। ਜੇ ਕੋਈ ਵੀ ਕੰਮ ਕਰੀਏ ਸਰੀਰ ਦੇ ਨਾਲ ਬਾਹਰਲਾ, ਤੇ ਉੱਥੇ ਜ਼ਰੂਰ ਇੱਛਾ ਹੋਏਗੀ ਕੋਈ ਨਾ ਕੋਈ। ਹੁਣ ਲੰਗਰ ਛਕ ਰਿਹਾ, ਕਿਤੇ ਘਟ ਨਾ ਜਾਵੇ, ਸੰਸਾ ਆ ਸਕਦਾ ਹੈ, ਪਰ ਨਾਮ ਦੇ ਵਿੱਚ ਨਹੀਂ। ਮਹਾਰਾਜ ਕਹਿੰਦੇ ਉਹ ਸੱਚਾ ਵਾਹਿਗੁਰੂ ਦਾ ਨਾਮ ਹੈ, ਉਹਦੇ ਨਾਲ ਕੋਈ ਫੁਰਨਿਆ ਰੂਪੀ ਮੈਲ ਨਹੀਂ ਲੱਗਦੀ। ਗੁਰ ਕੈ ਸ਼ਬਦ ਭਰਮ ਭਉ ਭਾਗਾ। ਭਾਈ ਗੁਰੂ ਦੇ ਉਪਦੇਸ਼ ਦੁਆਰਾ ਸਾਰੇ ਭਰਮ ਭੱਜ ਜਾਂਦੇ ਆ, ਡਰ ਵੀ ਭੱਜ ਜਾਂਦੇ ਹਨ। ਸੂਰਤ ਮੂਰਤ ਆਦ ਅਨੂਪ। ਉਹ ਵਾਹਿਗੁਰੂ ਜੀ ਦੀ ਬੜੀ ਸੁੰਦਰ ਸਰੂਪ ਹੈ ਉਹਨਾਂ ਦਾ। ਉਹਨਾਂ ਦੀ ਮੂਰਤੀ ਜਿਹੜਾ ਆਕਾਰ ਬਣਿਆ ਹੋਇਆ ਨਾ, ਉਹ ਆਦ ਹੈ, ਅਨੂਪ, ਉਪਮਾ ਤੋਂ ਰਹਿਤ ਹੈ, ਕਿਹਾ ਨਹੀਂ ਜਾ ਸਕਦਾ ਹੈ। ਅਕਾਲ ਮੂਰਤ ਹੈ ਉਹ। ਨਾਨਕ ਜਾਚੈ ਸਾਚ ਸਰੂਪ। ਸਤਿਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਐਸਾ ਸੱਚ ਸਰੂਪ ਪਰਮਾਤਮਾ ਦੀ ਉਹ ਸਦਾ ਹੀ ਮੰਗ ਕਰਦੇ ਹਨ। ਹੰਸ ਮਹਾਂਪੁਰਖ ਗੁਰਮੁਖ ਤੇ ਸੰਗਤ ਵੀ ਉਹਨੂੰ ਹੀ ਸਦਾ ਮੰਗਦੀ ਹੈ। ਆਓ ਸਾਧ ਸੰਗਤ ਜੀ, ਸਤਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਜੋ ਪਾਵਨ ਉਪਦੇਸ਼ ਬ੍ਰਿੰਦਾਬਨ ਮਥੁਰਾ ਦੇ ਵਿੱਚ ਕੁਕਰਮੀ ਵੇਖ ਕਰਕੇ ਮਨਾਉਂਦੇ ਤਾਂ ਸੀ ਜਨਮ ਅਸ਼ਟਮੀ ਕ੍ਰਿਸ਼ਨ ਭਗਵਾਨ ਜੀ ਦੀ, ਪਰ ਕਰਦੇ ਸੀ ਕੁਕਰਮ, ਰੀਸੋ ਰੀਸੀ। ਤੇ ਫਿਰ ਮਹਾਰਾਜ ਜੀ ਨੇ ਦੇਖ ਕਰਕੇ ਭਾਈ ਮਰਦਾਨਾ ਜੀ ਨੇ ਜਦੋਂ ਦੱਸਿਆ ਨਾ ਸਾਰਾ, ਤੇ ਉਪਦੇਸ਼ ਦਿੱਤਾ, ਨਾਲ ਦੱਸਿਆ ਕਿ ਹਿੰਦੁਸਤਾਨ ਦੀ ਅਧੋਗਤੀ ਤੇ ਗੁਲਾਮੀ ਦਾ ਕਾਰਨ ਕੀ ਹੈ। ਇਸ ਪਾਵਨ ਸ਼ਬਦ ਦੇ ਵਿੱਚ ਕਿ ਤੁਹਾਡੀਆਂ ਗਲਤੀਆਂ ਦੇ ਕਰਕੇ ਸਾਰਾ ਕੁਝ ਹੋ ਰਿਹਾ ਹੈ। ਆਪਾਂ ਵੀ ਆਪਣੇ ਆਪ ਦੀ ਵਿਚਾਰ ਕਰਨੀ ਹੈ। ਜਿਵੇਂ ਕਿਰਪਾ ਕਰਦੇ ਨੇ ਸ਼ਰਧਾ ਪ੍ਰੇਮ ਭਾਵਨਾ ਦੇ ਨਾਲ ਵਿਚਾਰ ਕਰਨਾ ਕਰੀਏ। ਜੇ ਕੋ ਸਤ ਕਰੇ ਸੋ ਸੀਜਾ। ਮਹਾਰਾਜ ਜੀ ਨੇ ਦੱਸਿਆ ਪਹਿਲਾਂ ਆਰੰਭ ਵਿੱਚ ਸਾਧ ਸੰਗਤ ਜੀ ਰਾਮਕਲੀ ਰਾਗ ਦੇ ਵਿੱਚ ਕਿਰਪਾ ਕੀਤੀ ਮਿਹਰ ਕਿ ਉਹ ਚੰਦਰਮਾ ਤੇ ਤਾਰੇ ਉਹੀ, ਸਾਰਾ ਕੁਝ ਪੌਣ ਮੰਡਲ ਉਹੀ। ਐਵੇਂ ਝੂਠ ਬੋਲਦੇ ਜੇ ਕਾਲਯੁਗ ਆ ਗਿਆ, ਕਲਯੁਗ ਆ ਗਿਆ, ਵਿਗੜੇ ਆਪ ਪਏ ਹੋ। ਸਾਧ ਸੰਗਤ ਜੀ, ਜਦੋਂ ਕੋਈ ਪਿਤਾ ਪੁੱਤਰ ਦਾ ਕਤਲ ਕਰੇ ਆਪਾਂ ਕਹਿ ਦਿੰਦੇ ਨਾ ਕਲਯੁਗ ਹੈ। ਤੇ ਸਤਯੁਗ ਦੇ ਵਿੱਚ ਤਾਂ ਹਰਨਾਕਸ਼ ਪ੍ਰਹਿਲਾਦ ਨੂੰ ਮਾਰ ਰਿਹਾ ਸੀ, ਭੂਆ ਵੀ ਮਾਰ ਰਹੀ ਸੀ, ਭਰਾ ਵੀ ਨਾਲ ਮਿਲਿਆ ਸੀ ਸਾਰੇ। ਉਦੋਂ ਵੀ ਲੋਕ ਇਹੋ ਹੀ ਕਹਿੰਦੇ ਹੋਣਗੇ ਕਲਯੁਗ ਆ ਗਿਆ।
ਇਸ ਵਾਸਤੇ ਕਰਲਾ ਬਾਹਰਲਾ ਨਹੀਂ ਹੈ, ਅੰਤਰੀਵੀ ਕਲਯੁਗ ਵੱਡਾ ਪ੍ਰਬਲ ਜੋਰਾ। ਸਤਿਗੁਰੂ ਜੀ ਨੇ ਸਮਝਾਇਆ ਕਿ ਕਾਰਨ ਕੀ ਹੈ, ਕਿਉਂ ਨਹੀਂ ਅੰਦਰ ਸਤਿਯੁਗ ਸਾਡੇ ਬੈਠਦਾ। ਤੀਸਰੀ ਪੌੜੀ ਵਿੱਚ ਮਹਾਰਾਜ ਜੀ ਦੱਸਦੇ ਨੇ, ਜੇ ਕੋਈ ਸੱਚ ਬੋਲਦਾ ਹੈ ਉਹ ਸੱਚ ਦਾ ਪੱਲਾ ਛੱਡ ਦਿੰਦਾ ਹੈ ਕਿ ਦੁਨੀਆਦਾਰੀ ਸਾਡੀਆਂ ਲੱਤਾਂ ਖਿੱਚ ਰਹੀ ਹੈ, ਸਾਨੂੰ ਚੱਲਣ ਨਹੀਂ ਦਿੰਦੇ, ਸੱਚ ਦੇ ਉੱਤੇ ਪੂਰਾ ਨਹੀਂ ਉਤਰਦੇ ਹਨ। ਤਪ ਕਰ ਤਪ ਨਾ ਹੋਈ। ਤੇ ਜਿਹੜੇ ਤਪੀਏ ਬਣੇ ਆ ਉਹਨਾਂ ਦੇ ਘਰ ਦੇ ਵਿੱਚ, ਉਹਨਾਂ ਦੇ ਸਰੀਰ ਵਿੱਚ, ਉਹਨਾਂ ਦੀ ਸੰਗਤ ਦੇ ਵਿੱਚ ਤਪ ਨਹੀਂ ਹੈ। ਖਾਣ ਪੀਣ ਵੱਲੋਂ ਪਰਹੇਜ਼ ਨਹੀਂ ਹੈ, ਕੁਕਰਮਾਂ ਵੱਲੋਂ ਪਰਹੇਜ਼ ਨਹੀਂ ਹੈ, ਤੇ ਪਖੰਡ ਕਰਦੇ ਆ, ਤਪੀਏ ਅਖਵਾਉਂਦੇ ਆ, ਪਰ ਉਹਨਾਂ ਦੇ ਘਰ ਵਿੱਚ, ਹਿਰਦੇ ਵਿੱਚ, ਸੰਗਤ ਦੇ ਵਿੱਚ ਤਪ ਨਹੀਂ ਹੈ। ਜੇ ਕੋ ਨਾਉ ਲਏ ਬਦਨਾਵੀ। ਤੇ ਜੇ ਕੋਈ ਨਾਮ ਜਪਦਾ ਹੈ, ਸਿਮਰਨ ਭਜਨ ਕਰਦਾ, ਉਹਦੀ ਬਦਨਾਮੀ ਕਰਦੇ ਹਨ। ਕਲ ਕੇ ਲਖਣ ਏਈ। ਮਾਰੇ ਕਹਿੰਦੇ ਇਹ ਤਾਂ ਕਲਯੁਗ ਦੇ ਲੱਛਣ, ਇਹ ਹੈ ਕਲਯੁਗ ਦੇ ਲੱਛਣ। ਕੋਈ ਬਾਹਰ ਨਹੀਂ ਕਿਤੇ ਵੀ ਆ ਕੇ ਬੈਠਾ ਹੋ। ਜਿਸ ਸਿਕਦਾਰੀ ਤਿਸਹੇ ਖੁਆਰੀ। ਮਾਰੇ ਕਹਿੰਦੇ ਜਿਹੜੇ ਮਨਮਰਜ਼ੀ ਦਾ ਹੁਕਮ ਚਾੜਦੇ ਉਹ ਸਿਕਦਾਰ, ਜਿਹੜੇ ਆਪਣੇ ਆਪ ਨੂੰ ਥਾਣੇਦਾਰ, ਪੁਰਾਣੇ ਜ਼ਮਾਨੇ 'ਚ ਥਾਣੇਦਾਰ ਜਿਹੜੇ ਹੁੰਦੇ ਸੀ ਉਹੀ ਸਿੱਕੇ ਵੀ ਇਕੱਠੇ ਕਰਦੇ ਹੁੰਦੇ ਸੀ। ਇਸ ਵਾਸਤੇ ਆ ਲਗਾਨ ਇਤਿਆਦਿਕ ਟੈਕਸ ਵੀ ਲੈਣਾ, ਤੇ ਉਹਨਾਂ ਨੂੰ ਸਿੱਕੇਦਾਰ ਕਹਿਣ ਲੱਗ ਪਏ ਸਨ। ਤੇ ਮਹਾਰਾਜ ਜੀ ਕਹਿੰਦੇ ਜਿਹੜੇ ਆਪਣੀ ਥਾਣੇਦਾਰੀ ਕਰਦੇ ਆ, ਬਹੁਤਾ ਜ਼ਿਆਦਾ ਰੋਹਬ ਪਾਉਂਦੇ ਆ, ਹੁਕਮ ਚਲਾਉਂਦੇ ਆ, ਤੇ ਉਹਨਾਂ ਦੀ ਫਿਰ ਖੁਆਰੀ ਹੁੰਦੀ ਹੈ। ਚਾਕਰ ਕੀ ਡਰਨਾ। ਤੇ ਜਿਹੜੇ ਹੁਣ ਦੂਸਰੇ ਦੇ ਚਾਕਰ ਬਣ ਗਏ, ਸਰਕਾਰ ਬਦਲ ਗਈ, ਤੇ ਉਹਨਾਂ ਨੇ ਫਿਰ ਕਾਹਦਾ ਡਰਨਾ ਹੈ। ਜਾ ਸਿਕਦਾਰ ਪਵੈ ਜੰਜੀਰੀ। ਤੇ ਜਿਹੜੇ ਜ਼ੁਲਮ ਕਰਦੇ ਨੇ, ਪਾਪ ਕਰਦੇ ਨੇ, ਹਕੂਮਤਾਂ ਦੇ ਨਸ਼ੇ ਵਿੱਚ ਆ ਕੇ ਜਦੋਂ ਉਹਨਾਂ ਨੂੰ ਜੰਜੀਰੀ ਪੈ ਜਾਂਦੀ ਹੈ, ਆ ਚਾਕਰ ਹੱਥੋਂ ਮਰਨਾ। ਤੇ ਫਿਰ ਉਹੋ ਹੀ ਨੌਕਰ ਜਿਹੜੇ ਪਹਿਲਾਂ ਜੀ ਕਰਦੇ ਸੀ ਨਾ, ਉਹਨਾਂ ਦੇ ਹੱਥੋਂ ਹੀ ਮਰਨਾ ਪੈਂਦਾ। ਜਿਵੇਂ ਸਦਾਮ ਹੁਸੈਨ ਨੂੰ ਫਾਂਸੀ ਉਹਦੇ ਸਿਪਾਹੀਆਂ ਨਹੀਂ ਦਿੱਤੀ ਨਾ, ਫਿਰ ਇਸੇ ਤਰ੍ਹਾਂ ਹੀ ਦੁਨੀਆ ਦੇ ਵਿੱਚ ਹੁੰਦਾ ਹੈ। ਫਿਰ ਪਾਪ ਨਹੀਂ ਕਰਨਾ ਚਾਹੀਦਾ, ਸੋਚ ਸਮਝ ਕੇ ਚੱਲਣਾ ਚਾਹੀਦਾ, ਮਨਾਈਆਂ ਨਹੀਂ ਕਰਨੀਆਂ ਚਾਹੀਦੀਆਂ। ਤੇ ਮਹਾਰਾਜ ਜੀ ਕਹਿੰਦੇ ਨੇ ਜਿਹੜੇ ਚਾਕਰਾਂ ਦੇ ਕੋਲੋਂ ਪਾਪ ਕਰਾਉਂਦੇ ਆ, ਮਾੜੇ ਕੰਮ ਕਰਾਉਂਦੇ ਆ, ਸਾਡਾ ਜੇ ਹੁਕਮ ਨਾ ਮੰਨਿਆ ਤੁਹਾਨੂੰ ਡਿਸਮਿਸ ਕਰ ਦਾਂਗੇ, ਤੁਹਾਡੀ ਬਦਲੀ ਉੱਥੇ ਕਰਾਂਗੇ ਜਿੱਥੇ ਕੋਈ ਬਾਤ ਨਹੀਂ ਪੁੱਛੇਗਾ। ਤੇ ਫਿਰ ਜਦੋਂ ਸਮਾਂ ਪੈਂਦਾ ਉਹਨਾਂ ਚਾਕਰਾਂ ਦੇ ਨੌਕਰਾਂ ਦੇ ਹੱਥੋਂ ਹੀ ਫਿਰ ਮਰਨਾ ਪੈਂਦਾ ਹੈ। ਆਖ ਗੁਣਾ ਕਲ ਆਈਆ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਗੁਣਾਂ ਨੂੰ ਆਖੋ, ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਦੀ ਮਹਿਮਾ ਕਰੋ। ਕਲਯੁਗ ਦੇ ਵਿੱਚ ਸਭ ਤੋਂ ਵੱਡਾ ਜਿਹੜਾ ਹੈ ਉਹ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਹੀ ਜਪਣਾ ਹੀ ਸਭ ਤੋਂ ਉੱਤਮ ਹੈ। ਅਬ ਕਲੂ ਆਇਓ ਰੇ ਇੱਕ ਨਾਮ ਬੋਵਹ ਬੋਵਹ ਅਨਰੂਤ ਨਾਹੀ ਨਾਹੀ ਮਤ ਭਰਮ ਭੂਲੋ ਭੂਲੋ। ਭਾਈ ਨਾਮ ਜਪ ਲਓ। ਜਿਹੜਾ ਬਾਹਰ ਕਲਯੁਗ ਪਿਆ ਹੈ ਨਾ, ਇਹ ਕੁਛ ਨਹੀਂ ਵਿਗਾੜੇਗਾ, ਹਿਰਦੇ ਦੇ ਵਿੱਚ ਸਤਜੁਗ ਵਰਤ ਜਾਏਗਾ। ਭਾਈ ਇਹ ਕਲਯੁਗ ਦੇ ਸਮੇਂ ਵਿੱਚ ਨਾਮ ਹੀ ਜਪਣਾ ਚਾਹੀਦਾ ਹੈ, ਤੇ ਇਹ ਨਾਮ ਹੀ ਸਭ ਤੋਂ ਸ਼੍ਰੋਮਣੀ ਹੈ। ਨਾਮ ਦਾ ਹੀ ਮਹਾਤਮ ਪ੍ਰਾਪਤ ਹੁੰਦਾ ਹੈ। ਇਹੋ ਜੋਗ ਕੇਰਾ ਰਹਿਆ ਤਪਾਵਸ। ਜਿਹੜਾ ਤਿੰਨਾਂ ਯੁਗਾਂ ਦਾ ਪਿੱਛੇ ਤਪਾਵਸ ਨਿਆਂ ਸੀ ਨਾ, ਉਹ ਹੁਣ ਰਹਿ ਗਿਆ ਹੈ। ਸਤਜੁਗ ਦੇ ਵਿੱਚ ਕਹਿੰਦੇ ਜੇ ਕੋਈ ਪਾਪ ਕਰਦਾ ਸਾਰੀ ਸ੍ਰਿਸ਼ਟੀ ਨੂੰ ਉਹਦਾ ਜਿਹੜਾ ਹੈ ਦੁੱਖ ਭੋਗਣਾ ਪੈਂਦਾ ਸੀ। ਦੁਆਪਰ ਦੇ ਵਿੱਚ ਜੇ ਕੋਈ ਪਾਪ ਕਰਦਾ ਸੀ ਤੇ ਸਾਰੇ ਰਾਜ ਨੂੰ ਭੋਗਣਾ ਪੈਂਦਾ ਸੀ, ਸਾਰੀ ਬੰਸ ਵੀ ਖਤਮ ਹੋ ਜਾਂਦੀ ਸੀ, ਤੇ ਪੂਰੀ ਨਗਰੀ ਜਿਵੇਂ ਲੰਕਾ ਦੇ ਵਿੱਚ ਹੋਇਆ। ਦੁਆਪਰ ਦੇ ਵਿੱਚ ਜੇ ਕੋਈ ਪਾਪ ਕਰਦਾ ਸੀ ਸਾਰੀ ਕੁਲ ਨਾਸ ਹੋ ਜਾਂਦੀ, ਜਿਵੇਂ ਜਾਦਵਾਂ ਦੀ ਕੁਲ ਨਾਸ ਹੋ ਗਈ। ਪਰ ਕਲਯੁਗ ਦੇ ਵਿੱਚ ਤੇ ਜਿਹੜਾ ਪਾਪ ਕਰੇਗਾ ਉਹਨੂੰ ਹੀ ਭੋਗਣਾ ਪਵੇਗਾ। ਜੇ ਗੁਣ ਦੇਹ ਤਾ ਪਾਈਆ। ਤੇ ਬੇਨਤੀਆਂ ਕਰੋ ਮਹਾਰਾਜ ਸੱਚੇ ਪਾਤਸ਼ਾਹ, ਜੇ ਤੁਸੀਂ ਗੁਣ ਦਿਓ, ਕਿਰਪਾ ਕਰੋ, ਪਰਉਪਕਾਰ ਕਰੋ ਤਾਂ ਪ੍ਰਾਪਤੀ ਹੋਵੇਗੀ। ਰਹਾਉ ਵਿਸਰਾਮ ਦੇ ਕਰਕੇ ਸਮਝਾਉਂਦੇ ਹਨ। ਕਲ ਕਲ ਵਾਲੀ ਸਰਾ ਨਬੇੜੀ। ਜਿਹੜਾ ਕਲਯੁਗ ਦਾ ਇਹ ਸਮਾਂ ਨਾ, ਇਹ ਤਾਂ ਮੱਟੀ ਬਣ ਰਿਹਾ, ਭਾਂਡਾ ਬਣ ਰਿਹਾ ਰੰਗ ਵਾਲਾ, ਤੇ ਜਿਹੜੀ ਸ਼ਰਾ ਹੈ ਨਾ ਇਹ ਨਬੇੜ ਹੀ ਛੱਡੀ ਹੈ। ਮੁਸਲਮਾਨ ਸ਼ਰਾ ਦਾ ਭੈ ਨਹੀਂ ਕਰਦੇ ਕਿ ਪਰਲੋਕ ਵਿੱਚ ਕਿਆਮਤ ਤੋਂ ਬਾਅਦ ਖੁਦਾ ਦੇ ਦਰ ਤੇ ਕੁੱਟ ਬੜੀ ਪੈਣੀ ਹੈ, ਬਹੁਤ ਜ਼ਿਆਦਾ ਦੁੱਖ ਸਹਾਰਨੇ ਪੈਣਗੇ, ਦੋਜਕਾਂ ਵਿੱਚ ਪੈਣਾ ਪਵੇਗਾ। ਜੋ ਸ਼ਰਾ ਕਹਿੰਦੀ ਹੈ ਦੋਜਕਾਂ ਵਿੱਚ ਪਾਪੀ ਲੋਕ ਜਾਣਗੇ, ਉਹ ਨਬੇੜ ਹੀ ਛੱਡੀ ਹੈ, ਡਰਦੇ ਨਹੀਂ ਹਨ। ਕਾਜੀ ਕ੍ਰਿਸ਼ਨਾ ਹੋਆ। ਤੇ ਜਿਹੜਾ ਕਾਜੀ ਹੈ, ਨਿਆਂ ਕਰਨ ਵਾਲਾ ਜਿਹੜਾ ਜੱਜ ਹੈ, ਉਹ ਕ੍ਰਿਸ਼ਨਾ ਕਾਲਾ ਹੋ ਗਿਆ, ਪਾਪ ਲੈ ਕੇ, ਵੱਡੀ ਲੈ ਕੇ ਹੱਕ ਗਵਾਏ। ਐਵੇਂ ਹੀ ਵਿਚਾਰੇ ਜਿਹੜੇ ਬੰਦੇ ਹੈ, ਗਰੀਬ ਹੈ, ਜਿਹਦਾ ਕੋਈ ਜ਼ੋਰ ਨਹੀਂ ਚੱਲਦਾ, ਉਹਨਾਂ ਨੂੰ ਫਸਾ ਦਿੰਦੇ ਆ, ਅਮੀਰਾਂ ਨੂੰ ਬਰੀ ਕਰ ਦਿੰਦੇ ਆ। ਤੇ ਇਸ ਵਾਸਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਉਹਨਾਂ ਨੂੰ ਜ਼ੁਲਮ ਜਿਹੜੇ ਕਰਦੇ ਇਹੋ ਜਿਹੇ ਲੋਕ ਜਿਹੜੇ ਹੈ ਉਹ ਅੰਦਰੋਂ ਬਾਹਰੋਂ ਕਾਲੇ ਹੋ ਜਾਣਗੇ, ਤੇ ਪਰਲੋਕ ਵਿੱਚ ਫਿਰ ਕੁੱਟ ਪਵੇਗੀ। ਜੇਤਾ ਮੋਹ ਪ੍ਰੀਤ ਸਵਾਦ ਸਭਾ ਕਾਲਖ ਦਾਗਾ ਦਾਗ।
ਦਾਗ ਦੋਸ ਮੋਹਿ ਚੱਲਿਆ ਲਾਏ, ਦਰਗਹ ਬੈਸਣ ਨਾਹੀ ਜਾਏ। ਬਾਣੀ ਬ੍ਰਹਮਾ ਵੇਦ ਅਥਰਵਣ, ਭਾਵੇਂ ਬ੍ਰਹਮਾ ਜੀ ਦੀ ਬਾਣੀ ਜਿਹੜੇ ਚਾਰੇ ਵੇਦ ਪੜ ਲਓ, ਅਥਰਵਣ ਵੇਦ ਨੂੰ ਵੇਖ ਲਓ, ਕਰਨੀ ਕੀਰਤ ਲਹਿਆ। ਉਹਦੇ ਵਿੱਚ ਵੀ ਇਹੋ ਹੀ ਬਖਸ਼ਾਂ ਦੇ ਬਚਨ ਨੇ ਭਾਈ, ਜਿਹੜਾ ਕਰਨੀ ਸ੍ਰੇਸ਼ਟ ਕਰੇਗਾ, ਪਰਮਾਤਮਾ ਦਾ ਨਾਮ ਜਪੇਗਾ, ਉਹਨੇ ਹੀ ਪ੍ਰਾਪਤ ਕੀਤੀ ਹੈ, ਹੋਰ ਕਿਸੇ ਨੂੰ ਪ੍ਰਾਪਤੀ ਨਹੀਂ ਹੁੰਦੀ ਹੈ। ਨਾਮ ਜਪਣ ਕਰਕੇ ਹੀ ਬਖਸ਼ਾਂ ਹੁੰਦੀਆਂ ਹਨ। ਪਤ ਵਿਣ ਪੂਜਾ ਸਤ ਵਿਣ ਸੰਜਮ, ਜੇ ਪਤ ਇੱਜ਼ਤ ਹੀ ਨਹੀਂ ਹੈ ਫਿਰ ਕਾਦੀ ਪੂਜਾ ਹੈ, ਜੇ ਸਤ ਪ੍ਰਤੱਗੀ ਨਹੀਂ ਹੈ ਤੇ ਕਾਦਾ ਸੰਜਮ, ਕਾਦਾ ਪਰਹੇਜ਼ਗਾਰ ਹੈ। ਪਤ ਤੋਂ ਭਾਵ ਸਾਧ ਸੰਗਤ ਜੀ ਸੰਸਾਰੀ ਇੱਜ਼ਤ ਨਹੀਂ ਹੈ। ਅੰਦਰ ਕਾਮ ਕਰੋ ਲੋਮੋ ਹੰਕਾਰ ਹੀ ਜੇ ਖੁਆਰ ਕਰੀ ਜਾਂਦੇ ਆ। ਕਿਸੇ ਦੀ ਧੀ ਭੈਣ ਨੂੰ ਦੇਖ ਕੇ ਮਨ ਗੰਦਾ ਹੋ ਗਿਆ, ਕਿਸੇ ਦੀ ਸੋਹਣੀ ਗੱਡੀ ਵੇਖੀ ਮਨ ਗੰਦਾ ਹੋ ਗਿਆ, ਬੇਇੱਜ਼ਤੀ ਕਰ ਰਹੇ ਵਿਕਾਰ ਅੰਦਰ। ਜੇ ਪਾਤੀ ਨਹੀਂ ਹੈ, ਵਿਕਾਰਾਂ ਤੇ ਕੰਟਰੋਲ ਹੀ ਨਹੀਂ ਹੈ, ਕੋਈ ਸੰਯਮ ਸਰੀਰ ਕਰਕੇ ਵੀ ਪਰਹੇਜ਼ਗਾਰੀ ਨਹੀਂ ਹੈ, ਤੇ ਕਾਹਦਾ ਸਤ ਹੈ। ਜਤ ਵਿਨ ਕਾਹੇ ਜਨੇਊ, ਤੇ ਜੇ ਜਤੀ ਨਹੀਂ ਹੈ ਤੇ ਜਨੇਊ ਪਾਇਆ ਕੀ ਹੈ, ਕੋਈ ਅਰਥ ਨਹੀਂ ਹੈ। ਨਾਵੋ ਧੋਵੋ ਤਿਲਕ ਚੜਾਵੋ, ਨਹਾਉਂਦੇ ਵੀ ਉਹ, ਧੋਂਦੇ ਵੀ ਉਹ, ਸਾਰੇ ਸਰੀਰ ਨੂੰ ਮਲ-ਮਲ ਕਰਕੇ ਹੱਥ ਤੇ ਤਿਲਕ ਵੀ ਲਾਉਂਦੇ ਹੋ। ਸੋਚ ਵਿਨ ਸੋਚ ਨਾ ਹੋਈ, ਤੇ ਮਹਾਰਾਜ ਕਹਿੰਦੇ ਜੇ ਸੋਚ ਪਵਿੱਤਰਤਾ ਹਿਰਦੇ ਦੀ ਨਹੀਂ ਰੱਖੋਗੇ, ਬਾਹਰਲੀ ਨਹੀਂ ਰੱਖੋਗੇ, ਪਰਹੇਜ਼ਗਾਰ ਨਹੀਂ ਬਣੋਗੇ, ਤੇ ਫਿਰ ਹਿਰਦੇ ਦੀ ਪਵਿੱਤਰਤਾ ਵੀ ਨਹੀਂ ਹੋਵੇਗੀ। ਕਲ ਪ੍ਰਵਾਨ ਕਤੇਬ ਕੁਰਾਨ, ਕਲਯੁਗ ਦੇ ਵਿੱਚ ਪ੍ਰਵਾਨਿਕ ਹੋ ਗਏ ਨੇ ਜਿਹੜੇ ਕਤੇਬ ਹਨ, ਕੁਰਾਨ ਇਤਿਆਦਿਕ। ਉੱਥੇ ਪੰਡਿਤ ਰਹੇ ਪੁਰਾਣ, ਜਿਹੜੀ ਪੋਥੀ ਨੇ ਗੀਤਾ ਇਤਿਆਦਿਕ ਜਿਹੜੇ ਹਨ, ਜਿਹੜੇ 18 ਪੁਰਾਣ ਹਨ, ਇਹ ਰਹਿ ਗਏ ਨੇ। ਪੰਡਿਤ ਡਰਦੇ ਮਾਰੇ, ਜਿਹੜੇ ਜ਼ੁਲਮੀ ਬਾਦਸ਼ਾਹ ਨੇ ਔਰੰਗਜ਼ੇਬ ਵਰਗੇ, ਉਹਨਾਂ ਤੋਂ ਡਰਦੇ ਮਾਰੇ ਕਹਿੰਦੇ ਹੁਣ ਕਾਹਦੇ ਵਾਸਤੇ ਪੜ੍ਹਨਾ, ਨਹੀਂ ਤੇ ਮੌਤ ਆ ਜਾਵੇਗੀ। ਇਸ ਵਾਸਤੇ ਸਾਰੇ ਛੱਡ ਬੈਠੇ ਹਨ ਜ਼ੁਲਮੀ ਬਾਦਸ਼ਾਹਾਂ ਤੋਂ ਡਰਦੇ। ਨਾਨਕ ਨਾਉ ਭਇਆ ਰਹਿਮਾਨ, ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਹੁਣ ਰਾਮ ਦੀ ਜਗ੍ਹਾ ਰਹੀਮ ਕਹਿਣ ਲੱਗ ਪਏ। ਕਹਿੰਦੇ ਰਾਰਾ ਹੀ ਹੈ, ਕੋਈ ਗੱਲ ਨਹੀਂ। ਪਹਿਲਾਂ ਰਾਮ ਕਹਿੰਦੇ ਸੀ, ਹੁਣ ਰਹੀਮ ਕਹਿ ਲੈਂਦੇ ਆ, ਤੇ ਰੱਬ ਦਾ ਨਾਮ ਵੀ ਰਹਿਮਾਨ ਰੱਖ ਲਿਆ, ਰਹਿਮ ਦਿਲ। ਕਰ ਕਰਤਾ ਤੂੰ ਏਕੋ ਜਾਣ, ਤੇ ਮਹਾਰਾਜ ਜੀ ਤੁਸੀਂ ਨਾਮ ਨਾਲ ਨਫ਼ਰਤ ਕਰਦੇ ਹੋ। ਬ੍ਰਿੰਦਾਬਨ ਦੇ ਪੰਡਤ ਵਿਦਵਾਨ ਕਹਿਣ ਲੱਗੇ, ਮਹਾਰਾਜ ਕਹਿੰਦੇ ਨਹੀਂ, ਉਹ ਅਕਾਲ ਪੁਰਖ ਵਾਹਿਗੁਰੂ ਹੀ ਰਹੀਮ ਹੈ, ਉਹ ਹੀ ਰਾਮ ਹੈ, ਉਹ ਹੀ ਖੁਦਾ ਹੈ, ਉਹ ਸਾਰਾ ਕੁਝ ਉਹ ਹੀ ਹੈ। ਕਰ ਕਰਤਾ, ਉਹ ਸਾਰਿਆਂ ਨੂੰ ਕਰਨ ਵਾਲਾ ਹੈ, ਤੇ ਤੁਸੀਂ ਵੀ ਇੱਕ ਹੀ ਜੋਤ ਸਰੂਪ ਜਾਣਨਾ ਕਰੋ। ਨਾਨਕ ਨਾਮ ਮਿਲੈ ਵਡਿਆਈ, ਪਰ ਆਪਣੇ ਧਰਮ ਵਿੱਚ ਪੱਕੇ ਰਹਿੰਦੇ ਹੋਏ ਜਾਚਨਾ ਕਰੋ ਕਿ ਨਾਮ ਜਪਣ ਦੀ ਜੋ ਗੁਰੂ ਨੇ ਨਾਮ ਬਖਸ਼ਿਆ ਉਹਦੇ ਦੁਆਰਾ ਵਡਿਆਈ ਕਰੀਏ। ਏਦੂ ਉਪਰ ਕਰਮ ਨਹੀਂ, ਨਾਮ ਜਪਣ ਦੇ ਬਰਾਬਰ ਹੋਰ ਕੋਈ ਵੀ ਕਰਮ ਨਹੀਂ ਹੈ। ਸੁਖਮਨੀ ਸਾਹਿਬ ਵਿੱਚ ਬਖਸ਼ਾ ਹੈ ਨਾ, ਨਾਮ ਤੁਲ ਕਛ ਅਵਰ ਨਾ ਹੋਏ। ਜੇ ਕਰ ਹੋਦਾ ਮੰਗਣ ਜਾਈਆ, ਮਹਾਰਾਜ ਜੀ ਕਹਿੰਦੇ ਜੇ ਆਪਣੇ ਘਰ ਵਿੱਚ ਸਭ ਕੁਝ ਹੀ ਹੋਵੇ ਤੇ ਦੂਜਿਆਂ ਦੇ ਘਰ ਮੰਗਦੇ ਫਿਰਨ, ਫਿਰ ਓਲਾਮਾ ਮਿਲੈ ਤਹੀ, ਫਿਰ ਭਾਈ ਉਹਨਾਂ ਨੂੰ ਉਲਾਮਾ ਮਿਲਦਾ ਕਿ ਤੁਹਾਡੇ ਘਰ 'ਚ ਹੀ ਸਭ ਕੁਝ ਹੈ, ਦੂਜਿਆਂ ਕੋ ਕਿਉਂ ਮੰਗਦੇ ਜੇ। ਸਾਧ ਸੰਗਤ ਜੀ, ਇਹ ਸਾਡੇ ਵਾਸਤੇ ਵੀ ਉਪਦੇਸ਼ ਹੈ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਘਰ ਵਿੱਚ ਸਭ ਕੁਝ ਹੀ ਹੈ। ਸਾਚੇ ਸਾਹਿਬਾ ਕਿਆ ਨਾਹੀ ਘਰ ਤੇਰਾ, ਘਰ ਤਾਂ ਤੇਰਾ ਹੈ, ਸਭ ਕੁਛ ਹੈ, ਜਿਸ ਦੇਹ ਸੋ ਪਾਵਈ। ਉਹਦੇ ਚਰਨੀ ਪਈਏ, ਉਲਾਮੇ ਸਤਿਗੁਰੂ ਜੀ ਨੂੰ ਨਾ ਦਵਾਈਏ। ਆਪਾਂ ਇਹੋ ਹੀ ਬੇਨਤੀ ਹੈ। ਧੰਨ ਸਤਿਗੁਰੂ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੇ ਪਾਵਨ ਦਰ ਘਰ ਦੀ ਸੇਵਾ ਕਰਦੇ ਹਾਂ। ਬੇਅੰਤ ਬੇਅੰਤ ਭੁੱਲਾਂ ਹੋਈਆਂ ਹੈ। ਸਮੂਹ ਸਾਧ ਸੰਗਤ ਜੀ, ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਬਖਸ਼ਣਹਾਰ ਹਨ। ਬਖਸ਼ ਲੈਣਾ, ਅੱਗੇ ਵਾਸਤੇ ਸਮਤ ਬਖਸ਼ਣੀ। ਸਮੂਹ ਸੰਗਤਾਂ ਦਾ, ਗੁਰਮੁਖਾਂ ਦਾ, ਸਾਹਿਬ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦਾ, ਸਿੰਘ ਸਾਹਿਬ ਜੀ ਦਾ ਧੰਨਵਾਦ। ਧੰਨਵਾਦ ਜਿਨ੍ਹਾਂ ਨੇ ਸੇਵਾ ਕਰਨ ਦਾ ਸੁਭਾਗ ਬਖਸ਼ਿਸ਼ ਕੀਤਾ ਹੈ। ਹੋਈਆਂ ਭੁੱਲਾਂ ਦੀ ਮਾਫੀ ਬਖਸ਼ਣ ਜੀ। ਨਾਨਕ ਨਾਮ ਮਿਲੈ ਵਡਿਆਈ, ਏਦੂ ਉਪਰ ਕਰਮ ਨਹੀਂ। ਜੇ ਕਰ ਹੋਂਦਾ ਮੰਗਣ ਜਾਈਆ, ਫਿਰ ਓਲਾਮਾ ਮਿਲੈ ਤਹੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼ੇਰੇ ਪੰਜਾਬ ਗੁਰਬਾਣੀ YouTube ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਤੇ ਇਸ ਤੇ ਗੁਰਬਾਣੀ, ਸ਼ਬਦ ਕੀਰਤਨ ਤੇ ਇਤਿਹਾਸ ਨਾਲ ਵੱਧ ਤੋਂ ਵੱਧ ਜੁੜ ਕੇ ਆਨੰਦ ਮਾਣੋ ਤੇ ਆਪਣੀ ਜ਼ਿੰਦਗੀ ਨੂੰ ਸਫਲ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।